ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ। ਅੱਜ ਜਿਹੜਾ ਹੈਗਾ ਆਪਾਂ 5 ਮਈ ਨੂੰ ਤੁਹਾਡੇ ਰੂਬਰੂ ਹੋ ਰਹੇ ਹਾਂ। ਅੱਜ ਆਪਾਂ ਕੋਵਿਡ ਬਾਰੇ ਗੱਲ ਕਰਨੇ ਆ। ਕੋਵਿਡ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਕੱਲ੍ਹ ਸ਼ਾਮ ਨੂੰ ਕਾਫੀ ਹਨੇਰੀ ਆਈ, ਮੌਸਮ ਠੰਡਾ ਹੋ ਗਿਆ। ਤੁਹਾਨੂੰ ਵੀ ਲੱਗਿਆ ਹੋਣਾ ਵਧੀਆ ਹੋ ਗਿਆ ਮੌਸਮ, ਦੱਸੋ ਲੱਗਿਆ ਸੀ ਨਾ? ਹਰੇਕ ਨੂੰ ਲੱਗਦਾ ਹੈਗਾ। ਬਟ ਜੋ ਕੋਵਿਡ ਦੇ ਨਾਲ ਇਹਦਾ ਕੀ ਸੰਬੰਧ ਹੈ, ਜਦੋਂ ਮੈਂ ਦੱਸੂਗਾ ਫਿਰ ਤੁਹਾਨੂੰ ਇਸ ਚੀਜ਼ ਦੀ ਸੀਰੀਅਸਨੈਸ ਦਾ ਪਤਾ ਲੱਗੂਗਾ। ਕੱਲ੍ਹ ਜਿਸ ਵੇਲੇ ਸ਼ਾਮ ਨੂੰ ਇਹ ਹਨੇਰੀ ਆਈ ਹੈ, ਹਿਮਾਚਲ 'ਚ ਬੱਦੀ ਤੋਂ ਸਾਡੀ ਆਕਸੀਜਨ ਆਉਂਦੀ ਹੈ 5 ਵੱਡੇ ਹਸਪਤਾਲਾਂ ਦੀ। ਹੋਇਆ ਇਹ ਕਿ ਜਿਹੜੀ ਸ਼ਾਮ ਨੂੰ ਆਕਸੀਜਨ ਆਉਣੀ ਸੀ, ਉੱਥੇ ਹਨੇਰੀ ਆ ਕੇ ਬਿਜਲੀ ਦੀ ਸਪਲਾਈ ਬੰਦ ਹੋਈ, ਪਲਾਂਟ ਬੱਦੀ ਦਾ ਬੰਦ ਹੋਇਆ। ਜਦੋਂ ਇੱਕ ਵਾਰੀ ਆਕਸੀਜਨ ਦਾ ਪਲਾਂਟ ਹਾਈ ਪ੍ਰੈਸ਼ਰ 'ਤੇ ਬੰਦ ਹੁੰਦਾ ਤਾਂ ਉਹ 5 ਘੰਟੇ ਫਿਰ ਬੰਦ, 5 ਘੰਟੇ ਲੱਗ ਜਾਂਦੇ ਉਹਨੂੰ ਚੱਲਣ ਲਈ। ਸ਼ਾਮ ਨੂੰ 2 ਹਸਪਤਾਲਾਂ ਦੀ ਜਿਹੜੀ ਆਕਸੀਜਨ ਆਈ ਨਹੀਂ। ਜਦੋਂ ਆਕਸੀਜਨ ਨਹੀਂ ਆਈ ਤਾਂ ਇਹਨਾਂ ਹਸਪਤਾਲਾਂ ਦੇ ਵਿੱਚ ਇੱਕ 'ਚ 62 ਬੰਦੇ ਪਏ ਸੀ, ਚਲੋ ਮੈਂ ਨਾਮ ਤੱਕ ਹੀ ਲੈਣੇ, 104 ਬੰਦੇ ਪਏ ਸੀ। ਔਰ ਆਕਸੀਜਨ ਸਿਰਫ ਰਾਤ ਦੇ ਅੱਧੀ ਰਾਤ ਤੱਕ ਦੀ ਸੀਗੀ। ਇੱਕਦਮ ਮਤਲਬ ਜਦੋਂ ਆਮ ਲੋਕਾਂ ਨੂੰ ਲੱਗ ਰਿਹਾ ਹੋਣਾ ਵੀ ਰਾਹਤ ਮਿਲ ਗਈ ਗਰਮੀ ਤੋਂ, ਜਾਂ ਬਹੁਤ ਜ਼ਿਆਦਾ ਕੋਈ ਮਜ਼ਾ ਆ ਰਿਹਾ ਹੈਗਾ, ਬਹੁਤ ਵਧੀਆ ਮੌਸਮ ਹੋ ਗਿਆ, ਉਸ ਟਾਈਮ ਸਾਡੀ ਪੂਰੀ ਟੀਮ ਜਾਂ ਡਾਕਟਰਸ ਦੀ ਪੂਰੀ ਟੀਮ ਤਾਂ ਇੰਨੀ ਕੁ ਚਿੰਤਤ ਸੀਗੀ ਵੀ ਹੁਣ ਇਹਦਾ ਕੀ ਕੀਤਾ ਜਾਵੇ। ਜਿਹੋ ਜਿਹੀਆਂ ਘਟਨਾਵਾਂ ਤੁਸੀਂ ਦਿੱਲੀ ਬੰਬੇ ਸੁਣੀਆਂ ਵੀ ਰਾਤ ਨੂੰ ਇਹ ਦੋਨੇ ਹਸਪਤਾਲਾਂ 'ਚ ਮਿਲਾ ਕੇ 166 ਮਰੀਜ਼ ਸੀਗੇ। ਇਮੀਡੀਏਟਲੀ ਅਸੀਂ ਇੱਕ ਹੋਰ ਵੱਡੇ ਹਸਪਤਾਲ ਦਾ ਜਿਹੜਾ ਟੈਂਕਰ ਆਇਆ ਖੜਿਆ ਸੀ, ਉਸ 'ਚੋਂ 1 ਟਨ ਦੀ ਕਟੌਤੀ ਕਰਕੇ ਇੱਕ ਹਸਪਤਾਲ ਦੇ ਵਿੱਚ ਭੇਜਿਆ, ਔਰ ਇੱਕ ਹਸਪਤਾਲ ਦੇ ਵਿੱਚ ਅਸੀਂ ਲੋਕਲ 250 ਸਿਲੰਡਰ ਭਰਾ ਕੇ ਭੇਜੇ। ਤਾਂ ਅਸੀਂ ਰਾਤ ਰੱਬ ਕਰਕੇ ਕੱਟੀ। ਸਵੇਰੇ 12 ਵਜੇ ਦੇ ਕਰੀਬ ਅੱਜ ਜਿਹੜੀ ਤੜਕੇ ਸੁਬਾਹ ਆਕਸੀਜਨ ਬਣੀ ਹੈ ਬੱਦੀ 'ਚ, ਉਹ ਆਈ ਹੈ। ਤੁਸੀਂ ਸੋਚਦੇ ਹੋਵੋਗੇ ਵੀ ਇਹ ਲੰਬੀ ਸਟੋਰੀ ਮੈਂ ਤੁਹਾਨੂੰ ਕਿਉਂ ਦੱਸੀ ਹੈ। ਮੇਰਾ ਸਿਰਫ ਦੱਸਣ ਦਾ ਇਹ ਤੁਹਾਨੂੰ ਮਕਸਦ ਹੈਗਾ ਹੈ ਕਿ ਸਾਡੀ ਆਕਸੀਜਨ ਦੀ ਸਥਿਤੀ ਇਹ ਹੈ। ਸਾਡੀ ਕੀ ਸਾਰੇ ਸਟੇਟਾਂ ਦੀ ਆਕਸੀਜਨ ਬਣਦੀ 2-3 ਸਟੇਟਾਂ 'ਚ ਹੀ ਹੈ। ਨਾਰਥ ਇੰਡੀਆ ਦੇ ਵਿੱਚ ਉੱਤਰਾਖੰਡ 'ਚ ਬਣਦੀ ਹੈ, ਹਿਮਾਚਲ 'ਚ ਬਣਦੀ ਹੈ, ਯੂਪੀ 'ਚ ਕਿਤੇ ਬਣਦੀ ਹੈ, ਥੋੜ੍ਹੀ ਜਿਹੀ ਪਾਣੀਪਤ ਵੀ ਬਣਦੀ ਹੈ। ਜਦੋਂ ਬਾਕੀ ਆਪਾਂ ਇੱਕ ਸਾਹ ਦੇ ਲਈ ਡਿਪੈਂਡੈਂਟ ਹੈ ਬਾਹਰੋਂ ਆਕਸੀਜਨ 'ਤੇ। ਕੀ ਇਹੋ ਜਿਹੀ ਸਥਿਤੀ ਦੇ ਵਿੱਚ ਕੋਈ ਵੀ ਬੰਦਾ ਇਸ ਗੱਲ ਦਾ ਰਿਸਕ ਲਊਗਾ ਵੀ ਮੈਂ ਹਸਪਤਾਲ 'ਚ ਜਾ ਕੇ ਦਾਖਲ ਹੋਵਾਂ? ਜਾਂ ਜਿਹੜੇ ਦਾਖਲ ਸੀਗੇ ਉਹਨਾਂ ਦੀ ਮੈਂ ਤੁਹਾਨੂੰ ਦੱਸਤੀ। ਮਤਲਬ ਅਸੀਂ ਦਿਨ ਰਾਤ ਕੰਮ ਕਰਕੇ ਜਾਂ ਡਾਕਟਰਸ ਦੀ ਟੀਮ ਨੇ ਕੰਮ ਕਰਕੇ ਆਕਸੀਜਨ ਦੇ ਵਿਚਾਰੇ ਜਿਨ੍ਹਾਂ ਨੇ ਸਿਲੰਡਰ ਭਰੇ, ਜਿਨ੍ਹਾਂ 'ਚ ਵਰਤਮਾਨ ਸਟੀਲਸ ਵੀ ਹੈਗਾ, ਅੱਜ ਅਸੀਂ ਸਨਮਾਨ ਕਰਕੇ ਆਏ ਹਾਂ, ਵੈਲਟੈਕ ਵਾਲੇ ਵੀ ਨੇ, ਹੋਰ ਕਈ ਨੇ, ਕ੍ਰਿਸ਼ਨਾ ਏਜੰਸੀਜ਼ ਹੈ, ਕਈ ਨੇ, ਹਰਪ੍ਰੀਤ ਕਰਾਈਜੈਨਿਕਸ ਹੈ, ਕਿੰਨੇ ਹੀ ਨੇ, ਦਿਨ ਰਾਤ ਚਲੋ ਕੰਮ ਕਰ ਰਹੇ ਆ। ਸੋ ਮੇਰਾ ਇਹ ਸਾਰੀ ਸਟੋਰੀ ਤੁਹਾਨੂੰ ਦੱਸਣ ਦਾ ਇਹ ਭਾਵ ਸੀਗਾ ਕਿ ਸਥਿਤੀ ਸੀਰੀਅਸ ਹੈਗੀ ਹੈ। ਜਿਵੇਂ ਗੱਡੀ ਆਪਣੀ ਕੋਈ ਡਿਜ਼ਾਈਨਡ ਹੁੰਦੀ ਹੈ, ਉਸ 'ਤੇ ਜਦੋਂ ਉਹਦਾ ਸਪੀਡੋਮੀਟਰ ਹੈ ਉਹ 200 ਕਿਲੋਮੀਟਰ ਤੱਕ ਲਿਖਿਆ ਹੁੰਦਾ, ਜਾਂ 220 ਕਿਲੋਮੀਟਰ ਤੱਕ ਵੀ ਕਈ ਵਧੀਆ ਗੱਡੀਆਂ ਦਾ, ਲੁਧਿਆਣੇ ਦੇ ਲੋਕਾਂ ਕੋਲ ਬਹੁਤ ਵਧੀਆ ਗੱਡੀਆਂ ਨੇ, ਪਰ ਉਹ 220 ਤੇ ਥੋੜ੍ਹੀ ਹਮੇਸ਼ਾ ਚੱਲ ਸਕਦੀ ਹੈ ਗੱਡੀ। ਕੋਈ ਵੀ ਜ਼ਿੰਦਗੀ ਦੀ ਗੱਡੀ ਹੈ ਜਿਹੜੀ ਮੈਕਸਿਮਮ ਸਪੀਡ 'ਤੇ ਪੂਰਾ ਲੰਬਾ ਸਮਾਂ ਨਹੀਂ ਚੱਲ ਸਕਦੀ। 1-2 ਸੈਕਿੰਡ ਲਈ ਚੱਲ ਗਈ, ਕੋਈ ਤੁਹਾਡੀ ਜ਼ਿੰਦਗੀ ਨੂੰ ਪ੍ਰੋਬਲਮ ਆ ਗਈ। ਆਕਸੀਜਨ ਵਾਲੀ ਅਤੇ ਬੈੱਡਾਂ ਵਾਲੀ ਆਪਣੀ ਜਿਹੜੀ ਗੱਡੀ ਹੈ ਉਹ ਬਿਲਕੁਲ ਹੁਣ 200 ਵਾਲੀ ਸਪੀਡ 'ਤੇ ਵਾਲੀ ਗੱਲ ਹੈ। ਇਸ ਤੋਂ ਉੱਪਰ ਜੇ ਆਪਾਂ ਇਹਨੂੰ ਪੁਸ਼ ਕਰਾਂਗੇ, ਜਿਵੇਂ ਮੈਂ ਰਾਤ ਵਾਲੀ ਸਥਿਤੀ ਤੁਹਾਨੂੰ ਦੱਸੀ ਹੈ, ਜੇ ਅੱਜ ਖੁਦਾ ਨਾ ਖਾਸਤਾ ਉਹ ਬਿਜਲੀ ਬੱਦੀ ਅੱਜ ਸਵੇਰੇ ਵੀ ਨਾ ਚੱਲਦੀ ਔਰ ਦੁਪਹਿਰੇ ਵੀ ਨਾ ਆਉਂਦੀ, ਫਿਰ ਆਪਣਾ ਕੀ ਬਣਦਾ? ਅੱਜ ਦੀ ਡੇਟ 'ਚ ਆਪਣੇ ਕੋਲੇ ਲੈਵਲ 2 ਦੇ 1387 ਪੇਸ਼ੈਂਟ ਨੇ, 526 ਲੈਵਲ 3 ਦੇ ਹੋ ਗਏ। ਕੁੱਲ ਮਿਲਾ ਕੇ 1913 ਪੇਸ਼ੈਂਟ ਆਪਣੇ ਕੋਲ ਦਾਖਲ ਨੇ। ਪਿਛਲੀ ਲਹਿਰ ਦੇ ਵਿੱਚ ਇਹ 1100 ਸੀਗੇ, ਔਰ ਇਹ ਹਰ ਰੋਜ਼ ਇਹ ਸੰਖਿਆ ਵਧੀ ਜਾ ਰਹੀ ਹੈ। ਸੋ ਮੇਰਾ ਦੇਖੋ, ਜਿਵੇਂ ਕੋਈ ਸ਼ਿਪ ਦਾ ਕੈਪਟਨ ਬਣਿਆ ਹੁੰਦਾ ਹੈਗਾ, ਨਾਲ ਦੀ ਨਾਲ ਤੁਸੀਂ ਦੇਖਿਆ ਹੋਣਾ, ਤੁਸੀਂ ਜਹਾਜ਼ਾਂ 'ਚ ਬਹੁਤ ਬੰਦੇ ਤੁਹਾਡੇ 'ਚ ਸਫ਼ਰ ਕੀਤੇ ਹੋਣੇ ਆ, ਕਈਆਂ ਨੇ ਫਿਲਮਾਂ 'ਚ ਦੇਖਿਆ ਹੋਣਾ, ਜਿਹੜਾ ਪਾਇਲਟ ਹੈ ਉਹ ਮਿੰਟੋ ਮਿੰਟੀ 5-7 ਮਿੰਟਾਂ ਬਾਅਦ ਕੋਈ ਨਾ ਕੋਈ ਅਨਾਊਂਸਮੈਂਟ ਚੱਲਦੀ ਰਹਿੰਦੀ ਹੈ ਵੀ ਹੁਣ ਟਰਬੂਲੈਂਸ ਚੱਲ ਰਹੀ ਹੈ, ਆਪਣੀਆਂ ਪੇਟੀਆਂ ਬੰਨ੍ਹ ਲਓ। ਸਾਰੇ ਬੰਦੇ ਪੇਟੀਆਂ ਬੰਨ੍ਹ ਕੇ ਬਹਿ ਜਾਂਦੇ ਆ ਵੀ ਆ ਹੁਣ ਜਹਾਜ਼ ਨੂੰ ਖਤਰਾ ਹੋ ਸਕਦਾ, ਹੁਣ ਐਂ ਕਰ ਲਓ, ਹੁਣ ਆਕਸੀਜਨ ਲਾ ਲਓ, ਫਲਾਣਾ ਕਰ ਲਓ, ਢਿੰਗੜਾ ਕਰ ਲਓ। ਸਾਰੀ ਗੱਲ ਆਉਂਦੀ ਹੈ ਕਿ ਨਹੀਂ ਆਉਂਦੀ? ਤੋ ਸਾਰੇ ਕੋਈ ਇੱਕ ਕੈਪਟਨ ਦੇ ਤੌਰ 'ਤੇ ਜਾਂ ਇੱਕ ਜਿਹੜਾ ਕਿ ਉਹਨੂੰ ਜਹਾਜ਼ ਨੂੰ ਚਲਾਉਂਦਾ ਹੁੰਦਾ, ਸ਼ਿਪ ਨੂੰ ਚਲਾਉਂਦਾ ਹੁੰਦਾ, ਉਹਦੇ ਤੌਰ 'ਤੇ ਜੋ ਇਨਫੋਰਮੇਸ਼ਨ ਹੈ ਸਵਾਰੀਆਂ ਨਾਲ ਸਾਰੀ ਸਾਂਝੀ ਕਰਨੀ ਜ਼ਰੂਰੀ ਹੈ। ਪਰ ਸਵਾਰੀਆਂ ਲਈ ਵੀ ਜ਼ਰੂਰੀ ਹੈ ਕਿ ਉਸ ਦੀ ਸੀਰੀਅਸਨੈਸ ਨੂੰ ਸਮਝ ਕੇ ਆਪਾਂ ਉਹਨਾਂ ਨੂੰ ਫੋਲੋ ਕਰੀਏ। ਜਿਹੜੀ ਇਹ ਡੇ ਟੂ ਡੇ ਪ੍ਰੋਬਲਮਸ ਆਉਂਦੀਆਂ ਨੇ, ਇਹ ਮੇਰਾ ਸਾਰਾ ਤੁਹਾਨੂੰ ਦੱਸਣ ਦਾ ਇਹ ਹੈ ਕਿ ਇਹ ਜਿਹੜੇ ਬੈੱਡਸ ਨੇ, ਆਕਸੀਜਨ ਨੇ, ਇਹ ਸਾਰੀਆਂ ਬਣੀਆਂ ਨੇ, ਬਟ ਇਹ ਕੋਈ ਬਹੁਤੀ ਵਧੀਆ ਸਥਿਤੀ ਤਾਂ ਨਹੀਂ ਹੈ ਵੀ ਆਪਾਂ ਉਹਨਾਂ ਬੈੱਡਾਂ 'ਤੇ ਜਾ ਕੇ ਪਈਏ। ਉਸ ਆਕਸੀਜਨ ਨੂੰ ਲਾਉਣਾ ਵੀ ਮੂੰਹ 'ਤੇ ਕੋਈ ਬਹੁਤ ਜ਼ਿਆਦਾ, ਇਟ ਇਜ਼ ਨਾਟ ਵੈਰੀ ਕੰਫਰਟੇਬਲ ਪੋਜੀਸ਼ਨ। ਉਹਨਾਂ ਪਰਿਵਾਰਾਂ ਨੂੰ ਜਾਂ ਜਿਹੜੇ ਮਰੀਜ਼ ਠੀਕ ਹੋ ਕੇ ਆਏ ਹੈ, ਕਿਸੇ ਵੇਲੇ ਤੁਸੀਂ ਗੱਲ ਕਰੋ, ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਠੀਕ ਹੋਏ ਹੋਣਗੇ, ਉਹਨਾਂ ਨੂੰ ਪੁੱਛੋ, ਇਟਸ ਵੈਰੀ ਬੈਡ ਸਟੇਟ। ਸਾਡੇ ਵਰਗੇ ਜਿਹੜੇ ਕੰਮ ਕਰ ਰਹੇ ਹੈ, ਫਰੰਟ ਲਾਈਨ ਵਰਕਰ ਕੰਮ ਕਰ ਰਹੇ ਹੈ, ਰੇਹੜੀ ਫੜੀ ਵਾਲੇ ਕਰ ਰਹੇ ਹੈ, ਗਰੀਬ ਆਦਮੀ ਕੋਈ ਆਟੋ ਚਲਾਉਂਦਾ, ਕੋਈ ਰਿਕਸ਼ਾ ਚਲਾਉਂਦਾ, ਕੋਈ ਮਜ਼ਦੂਰੀ ਕਰਦਾ, ਉਹਨਾਂ ਦੀ ਤਾਂ ਚਲੋ ਮਜਬੂਰੀ ਹੈ।
ਸੋ ਇਸ ਕਰਕੇ ਜਿਹੜੇ ਬੰਦੇ ਇਸ ਤੋਂ ਬਚ ਸਕਦੇ ਇਸ ਕਹਿਰ ਤੋਂ, ਉਹ ਕਿਰਪਾ ਕਰਕੇ, ਹੁਣ ਮੈਂ ਦੇਖ ਰਿਹਾ ਅੱਜ ਮੈਂ ਹੁਣੇ ਬਾਜ਼ਾਰ 'ਚ, ਮੈਂ ਤੇ ਸੀਪੀ ਸਾਹਿਬ ਗੇੜਾ ਕੱਢਣ ਗਏ ਸੀ ਔਰ ਮੈਂ ਦੇਖਿਆ ਵੀ ਦੁਕਾਨਾਂ ਬੰਦ ਨੇ, ਜਸਟ ਇੱਕ ਤਫਰੀਹ ਲਈ ਲੋਕ ਬੈਠੇ ਹੈ। ਜੇ ਆਪਾਂ ਦੁਕਾਨਾਂ ਦੇ ਬਾਹਰ ਬੈਠੇ ਹੀ ਰਹਿਣਾ ਵੀ 9 ਤੋਂ 6 ਕਿਸੇ ਨੇ ਰੋਕਣਾ ਨਹੀਂ, ਵੀ 6 ਵਜੇ ਹੀ ਸਾਇਰਨ ਵੱਜਣਾ, ਫਿਰ ਤਾਂ ਮਿੱਤਰੋ ਤੁਹਾਡੀ ਮਰਜ਼ੀ ਹੈਗੀ ਹੈ। ਬਟ ਆਪਾਂ ਫਿਰ ਬਿਮਾਰੀ ਤਾਂ ਆਪਾਂ ਉਨੀ ਲੈ ਕੇ ਆਉਣ ਦਾ ਆਪਣਾ ਹਰਜ਼ਾ ਹੈਗਾ। ਅੱਜ ਦੇ ਜਿਹੜੇ ਸਵਾਲ ਵੀ ਨੇ ਉਹ ਜ਼ਿਆਦਾਤਰ ਇਸੇ ਗੱਲ 'ਤੇ ਕੌਨਸਨਟ੍ਰੇਟਡ ਨੇ ਕਿ ਵੀ ਕਰਫਿਊ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ ਸੀ, ਉਹ ਦੁਕਾਨ ਖੁੱਲ੍ਹਣੀ ਚਾਹੀਦੀ ਸੀ, ਉਹ ਨਹੀਂ ਖੁੱਲ੍ਹਣੀ ਚਾਹੀਦੀ ਸੀ। ਪਹਿਲੀ ਗੱਲ ਤਾਂ ਮੈਂ ਐਟ ਦਾ ਵੈਰੀ ਆਊਟਸੈਟ ਮੰਨ ਲਾ ਕਿ ਕਰਫਿਊ ਇੱਕ ਆਈਡੀਅਲ ਸਿਚੁਏਸ਼ਨ ਨਹੀਂ ਹੈ, ਨਾ ਹੀ ਲੋਕਡਾਊਨ ਹੈ। ਦਿਸ ਇਜ਼ ਨਾਟ ਐਨ ਆਈਡੀਅਲ ਸਿਚੁਏਸ਼ਨ। ਇਹ ਤਾਂ ਇੱਕ ਮਨ 'ਤੇ ਪੱਥਰ ਰੱਖ ਕੇ ਕਰਨ ਵਾਲੀ ਗੱਲ ਹੈ ਵੀ ਜਦੋਂ ਕੋਈ ਹੋਰ ਰਸਤਾ ਦਿਖਦਾ ਹੀ ਨਹੀਂ ਵੀ ਚਲੋ ਕਰ ਲਓ। ਫਿਰ ਸਰਕਾਰ ਜਦੋਂ ਕਹਿੰਦੀ ਹੈ ਵੀ ਇਸੈਂਸ਼ੀਅਲ ਖੋਲ੍ਹ ਲਓ, ਨੋਨ ਇਸੈਂਸ਼ੀਅਲ ਰਹਿਣ ਦਿਓ, ਉਹਦਾ ਮਤਲਬ ਇਹ ਹੈ ਕਿ ਵੀ ਜਿਹੜੀ ਚੀਜ਼ ਬਗੈਰ ਸਰਦਾ ਹੀ ਨਹੀਂ। ਹੁਣ ਜੇ ਦੁੱਧ ਪੀਣਾ ਬੰਦੇ ਨੇ ਰੋਜ਼ ਹੀ ਪੀਣਾ, ਸਬਜ਼ੀ ਖਾਣੀ ਹੈ, ਗਰੋਸਰੀ ਉਹਨੂੰ ਪਰਚੂਨੀ ਚਾਹੀਦੀ ਹੈ ਤਾਂ ਚਾਹੀਦੀ ਹੈ। ਸੋ ਕਈ ਲੋਕ ਪੁੱਛਦੇ ਵੀ ਕਿਹਨੂੰ ਤੁਸੀਂ ਇਸੈਂਸ਼ੀਅਲ ਸਮਝਦੇ ਹੋ, ਕੱਪੜਿਆਂ ਨੂੰ ਤੁਸੀਂ ਇਸੈਂਸ਼ੀਅਲ ਸਮਝਦੇ ਹੋ ਕਿ ਨਹੀਂ ਸਮਝਦੇ ਹੋ। ਯਾਰ ਮੇਰੇ ਸਮਝਣ ਨਾਲ ਕੀ ਹੈ, ਇਹਨੂੰ ਇੱਕ ਆਪਾਂ ਇੱਕ ਅਕੈਡਮਿਕ ਬਹਿਸ ਕਹਿੰਦੇ ਆ ਅੰਗਰੇਜ਼ੀ 'ਚ। ਅਕੈਡਮਿਕ ਬਹਿਸ ਹੁੰਦਾ ਵੀ ਕਿਤਾਬੀ ਜਾਂ ਫਲਸਫੇ ਦੀ ਕੋਈ ਬਹਿਸ ਹੈ। ਜਦੋਂ ਫ੍ਰੀ ਸਮਾਂ ਹੋਊਗਾ ਜਿੰਨੀ ਮਰਜ਼ੀ ਲੰਬੀ ਕਰ ਲਓ, ਇਹਦਾ ਕੋਈ ਅੰਤ ਨਹੀਂ ਹੈਗਾ। ਬਟ ਅਲਟੀਮੇਟਲੀ ਹੁਣ ਜੇ ਕੋਈ ਮੰਨ ਲਓ ਕੋਈ ਬੱਸ ਦਾ ਡਰਾਈਵਰ ਹੈ, ਉਹ ਬੱਸ ਚਲਾ ਰਿਹਾ ਹੈਗਾ, ਸਾਰੀਆਂ 52 ਸਵਾਰੀਆਂ ਬੈਠੀਆਂ, ਕੋਈ ਕਹੇ ਯਾਰ ਸੱਜੇ ਨੂੰ ਮੋੜ ਲੈ, ਕੋਈ ਖੱਬੇ ਨੂੰ ਮੋੜ ਲੈ, ਜੇ ਤੂੰ ਉੱਚਾ ਹੋ ਕੇ ਬੈਠੇ ਤਾਂ ਬਹੁਤ ਵਧੀਆ ਗੱਡੀ ਚੱਲੂਗੀ, ਕੋਈ ਕਹੇ ਇਹਨੂੰ ਕਰ ਲੈ ਇਹਨੂੰ ਕਰ ਲੈ। ਫਿਰ ਡਰਾਈਵਰ ਤਾਂ 52 ਬੰਦਿਆਂ ਦੀ ਗੱਲ ਹੀ ਸੁਣਦਾ ਰਹਿ ਜੂਗਾ। ਔਰ ਆਪਣੇ ਜ਼ਿਲ੍ਹੇ 'ਚ ਤਾਂ ਸੁੱਖ ਨਾਲ 40-45 ਲੱਖ ਲੋਕ ਹੈਗੇ ਨੇ। ਸੋ ਕਈ ਵਾਰੀ ਇਹ ਡਰਾਈਵਰ ਦੀ ਸਮਝ 'ਤੇ ਵੀ ਹੁੰਦਾ, ਕੋਈ ਠੀਕ ਵੀ ਹੋ ਸਕਦਾ, ਗਲਤ ਵੀ ਹੋ ਸਕਦਾ। ਔਰ ਮੈਂ ਤਾਂ ਪਹਿਲਾਂ ਹੀ ਮੰਨ ਰਿਹਾ ਵੀ ਇਹ ਕਰਫਿਊ ਵਗੈਰਾ ਇਹ ਕੋਈ ਆਈਡੀਅਲ ਸਥਿਤੀ ਨਹੀਂ ਹੈ। ਸਰਕਾਰ ਤਾਂ ਚਾਹੁੰਦੀ ਸੀ, ਤੁਸੀਂ ਦੱਸੋ ਦੀਵਾਲੀ ਦੁਸਹਿਰੇ 'ਤੇ ਕਿਸੇ ਨੇ ਰੋਕਿਆ, ਨਵੇਂ ਸਾਲ 'ਤੇ ਕਿਸੇ ਨੇ ਰੋਕਿਆ, ਲੋਹੜੀ 'ਤੇ ਕਿਸੇ ਨੇ ਰੋਕਿਆ, ਇਹਨੂੰ ਹੋਲੀ ਤੱਕ ਵੀ ਕਿਸੇ ਨੇ ਕੋਈ ਬਹੁਤਾ ਨਹੀਂ ਕੁਛ ਕਿਹਾ। ਹੁਣ ਜਦੋਂ ਹਾਲਾਤ ਹੀ ਇੱਦਾਂ ਦੇ ਹੋ ਗਏ, ਤੁਹਾਡੀ ਜ਼ਿੰਦਗੀ, ਤੁਹਾਡੀ ਕਮਾਈ ਅਤੇ ਆਜੀਵਕਾ ਨਾਲੋਂ ਵੱਧ ਜ਼ਰੂਰੀ ਹੈ। ਫਿਰ ਗਵਰਨਮੈਂਟ ਨੇ ਇਹ ਦੇਖ ਕੇ ਵੀ ਯਾਰ ਲੋਕਡਾਊਨ ਲਾਵਾਂਗੇ, ਜਿਹੜੇ ਸਭ ਤੋਂ ਗਰੀਬ ਬੰਦੇ ਨੇ ਉਹ ਜਮਾਂ ਹੀ ਰਗੜੇ ਜਾਣਗੇ ਵੀ ਆਪਾਂ ਐਂ ਕਰੀਏ ਕੁਛ ਕੁ ਦਿਨ ਦੁਕਾਨਾਂ ਬੰਦ ਕਰ ਲਈਏ। ਸੋ ਮੈਂ ਤਾਂ ਇਹੀ ਕਹਿ ਸਕਦਾ ਹੈਗਾ ਵੀ ਤੁਹਾਡੇ ਕੋਲ ਸਲਾਹਾਂ ਬਹੁਤ ਅੱਛੀਆਂ ਹੋ ਸਕਦੀਆਂ ਨੇ ਔਰ ਬਹੁਤ ਸਾਰੀਆਂ ਉਹਨਾਂ 'ਚ ਲਾਗੂ ਕਰਨੀਯੋਗ ਵੀ ਹੋ ਸਕਦੀਆਂ, ਪਰ 15 ਤਰੀਕ ਐਡੀ ਦੂਰ ਤਾਂ ਨਹੀਂ ਹੈਗੀ ਯਾਰ। ਇਹਨਾਂ ਹਸਪਤਾਲਾਂ ਦੇ ਕਿਸੇ ਬੈੱਡ 'ਤੇ ਪੈਣਾ, ਬਿਮਾਰ ਹੋਣਾ, ਮੰਨੋ ਮੇਰੀ ਗੱਲ, ਮੈਂ ਜਾਣਦਾ ਲੋਕ ਬੜੇ ਔਖੇ ਨੇ, ਬੜੀਆਂ ਮਿੰਨਤਾਂ ਕਰਦੇ ਨੇ, ਜਿਨ੍ਹਾਂ ਦੇ ਪਰਿਵਾਰ ਬਿਮਾਰ ਨੇ। ਇੰਨੇ ਸਵੇਰ ਦੇ ਅਖਬਾਰ ਤੁਸੀਂ ਦੇਖੇ ਹੋਣਗੇ ਹਿੰਦੀ ਪੰਜਾਬੀ ਦੇ ਅੱਜ ਦੇ, ਇਹੋ ਜਿਹੀਆਂ ਤਸਵੀਰਾਂ ਨੇ, ਕਿਸੇ ਦੀ ਮਾਂ ਰੋ ਰਹੀ ਹੈ, ਕਿਸੇ ਦੀ ਭੈਣ ਰੋ ਰਹੀ ਹੈ। ਤਾਂ ਕਿੱਦਾਂ ਦੇ ਯਾਰ, ਕਿੱਦਾਂ ਦੀ ਸਥਿਤੀ 'ਚ ਹੈਗੇ ਨੇ ਲੋਕ। ਇਹ ਤੁਹਾਡੇ ਫਾਇਦੇ ਲਈ ਹੈ, ਕੋਈ ਸਰਕਾਰ ਕੋਈ ਇਹ ਚਾਹੂਗੀ? ਕਈ ਲੋਕ ਇਸ ਗੱਲ 'ਚੋਂ ਬਸ ਆਪਣਾ ਇੱਕ ਬੈਨੀਫਿਟ ਲੈਣ ਲਈ ਧਰਨੇ ਮੁਜ਼ਾਹਰੇ ਵੀ ਇੱਦਾਂ ਇਹ ਹੋ ਗਿਆ, ਕਿਉਂ ਸਰਕਾਰ ਕਰ ਰਹੀ ਹੈ? ਸਰਕਾਰ ਕਿਉਂ ਚਾਹੂਗੀ? ਸਰਕਾਰ ਬਿਲਕੁਲ ਨਹੀਂ ਚਾਹੁੰਦੀ। ਤੁਸੀਂ ਠੀਕ ਹੋ ਜਾਓ, ਰਾਜੀ ਬਾਜੀ ਹੋ ਜਾਓ, ਇੱਕ ਵਾਰੀ ਇਸ ਚੇਨ ਨੂੰ ਤੋੜ ਦਿਓ, ਆਪਾਂ ਸਾਰਾ ਕੁਝ ਠੀਕ ਕਰ ਲਾਂਗੇ। ਅੱਜ ਕੱਲ੍ਹ ਜਿਹੜੇ ਸਵਾਲ ਨੇ ਦੋ ਤਰ੍ਹਾਂ ਦੇ, ਅੱਜ ਮੈਂ 2 ਕੈਟੇਗਰੀਜ਼ ਦੇ ਵਿੱਚ ਵੰਡੂੰਗਾ ਅੱਜ ਦੇ ਸਵਾਲਾਂ ਨੂੰ। ਇੱਕ ਤਾਂ ਉਹ ਹੈ ਜਿਹੜੇ ਲੋਕ ਕਿਸੇ ਨਾ ਕਿਸੇ ਤਰੀਕੇ ਵੈਕਸੀਨ ਲੈਣਾ ਚਾਹੁੰਦੇ ਆ। ਪਹਿਲਾਂ ਦੇਖੋ ਅਸੀਂ ਮਿੰਨਤਾਂ ਕੀਤੀਆਂ, ਦਵਾਈ ਉਦੋਂ ਡੁੱਲ ਰਹੀ ਸੀ, ਰੋਜ਼ ਦੀ ਹਰੇਕ ਹਫ਼ਤੇ ਦੀ ਸਾਡੇ ਕੋਲ ਲੱਖ ਆਉਂਦੀ ਸੀ, ਅਸੀਂ ਹੁਣ ਤੱਕ 5.5 ਲੱਖ ਲਾ ਚੁੱਕੇ ਆ। ਉਦੋਂ ਮੈਂ ਪਿੰਡ ਗਿਆ, ਸਰਪੰਚਾਂ ਕੋਲੇ ਗਿਆ, ਬਲਾਕ ਲੈਵਲ 'ਤੇ ਗਿਆ, ਮਹੱਲੇ ਲੈਵਲ 'ਤੇ ਗਿਆ, ਮਿਸਿਸ ਮਮਤਾ ਆਸ਼ੂ ਇੱਥੋਂ ਦੇ MLAs ਨੇ ਕਿੰਨੀਆਂ ਤੁਹਾਨੂੰ ਐਫਰਟ ਕੀਤੀਆਂ, ਮੇਅਰ ਸਾਹਿਬ ਗਏ, ਸਭ ਨੇ ਤੁਹਾਨੂੰ ਰਿਕੁਐਸਟ ਕੀਤੀ। 5.5 ਲੱਖ ਵੀ ਕੋਈ ਛੋਟਾ ਨੰਬਰ ਨਹੀਂ ਹੈ। 20 ਲੱਖ ਦੀ ਆਬਾਦੀ ਦੇ ਸ਼ਹਿਰ 'ਚ 25% ਤਾਂ ਆਪਾਂ ਲਾ ਹੀ ਲਏ ਟੀਕੇ। ਬਟ ਮੇਰਾ ਮਤਲਬ ਹੈ ਵੀ ਹੁਣ ਸਾਰੇ ਕਹਿ ਰਹੇ ਆ ਵੀ ਸਾਨੂੰ ਵੀ ਫਰੰਟ ਲਾਈਨ ਮੰਨ ਲਓ। ਹੁਣ ਜਿਵੇਂ ਪੈਟਰੋਲ ਪੰਪ ਵਾਲਿਆਂ ਤੋਂ ਲਿਖ ਕੇ ਆਇਆ ਵੀ ਸਾਨੂੰ ਫਰੰਟ ਲਾਈਨ ਮੰਨ ਲਿਓ, ਵਿੱਚ ਇੱਕ ਬੈਂਕ ਵਾਲਿਆਂ ਨੇ, ਪੈਟਰੋਲ ਪੰਪ ਵਾਲਿਆਂ ਤਾਂ ਆਸ਼ੀਸ਼ ਗਰਗ ਨੇ ਕਿਹਾ। ਐਵੇਂ ਜੀ ਕਰੀ ਮੈਂ ਦੇਖ ਰਿਹਾ ਸੀਗਾ ਕਿਤੇ ਨਾ ਕਿਤੇ ਇੱਕ ਬੈਂਕਾਂ ਵਾਲਿਆਂ ਨੇ ਵੀ ਲਿਖ ਕੇ ਦਿੱਤਾ ਹੈਗਾ। ਸੋ ਜਦੋਂ ਮੈਂ ਤਾਂ ਸੋ ਕੇ ਸਾਡੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਤਾਂ ਇਹ ਕਹਿਤਾ ਸੀਗਾ ਕਿ ਈਵਨ ਕੋਈ ਵੀ ਕਰਮਚਾਰੀ ਹੈਗਾ, ਬਹੁਤ ਸਾਰੀਆਂ ਕੈਟੇਗਰੀਜ਼ ਨੂੰ ਅਸੀਂ 45 ਤੋਂ ਥੱਲੇ ਵੀ ਉਸ ਟਾਈਮ ਕੀਤਾ ਸੀਗਾ। ਬਟ ਹੁਣ ਕਿਉਂਕਿ ਦੇਸ਼ 'ਚ ਸਾਰਿਆਂ ਨੂੰ ਚੇਤਨਾ ਆ ਗਈ, ਹਰ ਕੋਈ ਦਵਾਈ ਲਾਉਣ ਲਈ ਆਤੁਰ ਹੈ, ਥੋੜ੍ਹੀਆਂ ਰੈਸਟ੍ਰਿਕਸ਼ਨਸ ਨੇ, ਲਿਮਿਟਡ ਦਵਾਈ ਆ ਰਹੀ ਹੈ, ਪਲੀਜ਼ ਬੀਅਰ ਵੀ ਦੱਸ, ਤੁਹਾਨੂੰ ਮਤਲਬ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪੈਣਾ। ਹੁਣ ਬਹੁਤੇ ਸਵਾਲ ਜਿਹੜੇ ਹੈਗੇ ਦੁਕਾਨਾਂ ਦੇ ਖੋਲ੍ਹਣ ਖਾਲਣ 'ਤੇ ਹੈ। ਦੁਕਾਨਾਂ ਦੇ ਖੋਲ੍ਹਣ 'ਤੇ ਦੇਖੋ, ਮੈਂ ਇਸੈਂਸ਼ੀਅਲ ਅਤੇ ਨੋਨ ਇਸੈਂਸ਼ੀਅਲ ਦਾ ਫਰਕ ਦੱਸਦਾ। ਇਸੈਂਸ਼ੀਅਲ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਬਗੈਰ ਜ਼ਿੰਦਗੀ ਨਹੀਂ ਚੱਲਦੀ, ਜਿਹੜੀਆਂ ਫੂਡ ਸਪਲਾਈ ਨਾਲ ਸੰਬੰਧਿਤ ਚੀਜ਼ਾਂ ਨੇ, ਉਹ 5 ਕੈਟੇਗਰੀ 'ਚ ਆਉਂਦੀਆਂ ਨੇ, 4-5 ਕੈਟੇਗਰੀ 'ਚ। ਇੱਕ ਤਾਂ ਉਹ ਹੈ ਜਿਵੇਂ ਅਨਾਜ ਨੇ, ਦੂਜਾ ਦਾਲਾਂ ਇਸ 'ਚ ਆਉਂਦੀਆਂ ਨੇ, ਤੀਜਾ ਖੰਡ ਇਸ 'ਚ ਆਉਂਦੀ ਹੈ, ਚੌਥਾ ਇਸ 'ਚ ਆਉਂਦੇ ਆਇਲਸ। ਮਤਲਬ ਇਹ ਉਹ ਚੀਜ਼ਾਂ ਨੇ ਜਿਹਦੇ ਨਾਲ ਤੁਹਾਡੀ ਰਸੋਈ ਚੱਲਦੀ ਹੈ। ਫਿਰ ਉਸ ਤੋਂ ਬਾਅਦ ਰਸੋਈ 'ਚ ਜਿਹੜਾ ਫਿਊਲ ਲੱਗਦਾ LPG ਹੈ, ਜਾਂ ਜਿਹੜੇ ਨਾਲ ਤੁਹਾਡੀ ਐਂਬੂਲੈਂਸ ਹੀ ਚੱਲਦੀ ਹੈ ਤੇਲ। ਇਹ 4-5 ਚੀਜ਼ਾਂ ਕੋਰ ਇਸੈਂਸ਼ੀਅਲ ਸਪਲਾਈ 'ਚ ਆਉਂਦੀਆਂ ਨੇ। ਔਰ ਇਹਦਾ ਮੋਟਾ ਅਸੂਲ ਇਹ ਹੈ ਵੀ ਜਿਹੜਾ ਇਸੈਂਸ਼ੀਅਲ ਕਮੋਡਿਟੀਜ਼ ਐਕਟ, ਜੇ ਤੁਹਾਨੂੰ ਯਾਦ ਹੋਵੇ ਤਾਂ ਫੂਡ ਸਪਲਾਈ ਮਹਿਕਮਾ ਉਹਨੂੰ ਡੀਲ ਕਰਦਾ ਸੀ।
ਤੋ ਜਿਹੜੀਆਂ ਚੀਜ਼ਾਂ ਨੂੰ ਫੂਡ ਸਪਲਾਈ ਮਹਿਕਮਾ ਡੀਲ ਕਰਦਾ ਉਹ ਐਸੈਂਸ਼ੀਅਲ 'ਚ ਆ ਜਾਂਦੇ ਨੇ। ਪਰ ਅੱਜ ਕੱਲ੍ਹ ਆਪਣੀਆਂ ਲੋੜਾਂ ਇੰਨੀਆਂ ਵੱਧ ਗਈਆਂ, ਹੁਣ ਕੋਈ ਬੰਦਾ ਕਹਿੰਦਾ ਵੀ ਮੋਬਾਈਲ ਵੀ ਐਸੈਂਸ਼ੀਅਲ ਹੈ। ਇਹ ਤਾਂ ਮੈਂ ਦੱਸਤਾ ਵੀ ਕੋਰ ਡੈਫੀਨੇਸ਼ਨ ਕੀ ਹੈ ਐਸੈਂਸ਼ੀਅਲ ਦੀ। ਹੁਣ ਕਿਸੇ ਨੂੰ ਮੋਬਾਈਲ ਵੀ ਐਸੈਂਸ਼ੀਅਲ ਲੱਗ ਸਕਦਾ, ਕਿਸੇ ਨੂੰ ਲੈਪਟਾਪ ਵੀ ਲੱਗ ਸਕਦਾ। ਇੱਕ ਸੱਜਣ ਨੇ ਮੈਨੂੰ ਕੀਤਾ ਕਿ ਮੈਂ ਆਪਣਾ PhD ਦਾ ਥੀਸਿਸ ਦੇਣਾ ਹੈਗਾ, ਤਾਂ ਉਹਨੂੰ ਮਤਲਬ ਫੋਟੋ ਸਟੇਟ ਵੀ ਐਸੈਂਸ਼ੀਅਲ 'ਚ ਆਉਣਾ ਚਾਹੀਦਾ ਹੈਗਾ। ਜਾਂ ਕਿਸਾਨ ਵੀਰਾਂ ਦਾ ਇਹ ਗਵਰਨਮੈਂਟ ਤੱਕ ਗਿਆ ਵੀ ਅਸੀਂ ਸਪਰੇਅ ਕਰਨੇ ਹੁੰਦੇ ਆ, ਸਾਨੂੰ ਪੈਸਟੀਸਾਈਡ ਚਾਹੀਦੇ ਹੁੰਦੇ ਆ। ਜਾਂ ਕੋਈ ਕੁਛ ਆਪਣੇ ਵਪਾਰੀ ਵੀਰਾਂ ਨੇ ਕਿਹਾ ਕਿ ਕੋਈ ਹਾਰਡਵੇਅਰ ਤੋਂ ਸਮਾਨ, ਕੁਛ ਰਿਪੇਅਰ ਦਾ, ਕੋਈ ਸਪੇਅਰ ਦਾ ਸਮਾਨ ਚਾਹੀਦਾ ਹੁੰਦਾ। ਚਲੋ ਜਿਵੇਂ ਸਮਾਜ ਬਦਲਦਾ ਹੈ ਤਾਂ ਉਹ ਲੋੜਾਂ ਵੀ ਬਦਲਦੀਆਂ ਨੇ। ਤਾਂ ਕੱਲ੍ਹ ਸ਼ਾਮ ਨੂੰ ਇੱਕ ਗਵਰਨਮੈਂਟ ਦਾ ਆਰਡਰ ਆਇਆ, ਮੈਂ ਤੁਹਾਨੂੰ ਦੱਸ ਦਿੰਦਾ। ਉਹਨਾਂ ਨੇ ਕਿਹਾ ਹੈ ਕਿ ਸ਼ਾਪਸ ਸੈਲਿੰਗ ਫਰਟੀਲਾਈਜ਼ਰ, ਸੀਡ, ਇਨਸੈਕਟੀਸਾਈਡ, ਪੈਸਟੀਸਾਈਡ, ਐਗਰੀਕਲਚਰ ਮਸ਼ੀਨਰੀ, ਐਗਰੀਕਲਚਰ ਹਾਰਟੀਕਲਚਰ ਇੰਪਲੀਮੈਂਟਸ। ਇਹਦਾ ਮਤਲਬ ਹੈ ਕਿ ਖੇਤੀ ਦੇ ਸੰਦ-ਸੰਦੇੜੇ, ਕਿਉਂਕਿ ਹੁਣ ਅੱਗੇ ਰਬੀ ਦੀ ਫਸਲ ਕੱਟ ਗਈ, ਖਰੀਫ ਦੀ ਲੱਗਣੀ ਹੈ, ਅਤੇ ਇਨਸੈਕਟੀਸਾਈਡ, ਪੈਸਟੀਸਾਈਡ, ਛਿੜਕ ਵਾਲੀਆਂ ਦਵਾਈਆਂ ਅਤੇ ਖਾਦ ਵਗੈਰਾ, ਇਹ ਅਸੀਂ ਅੱਜ ਆਰਡਰ ਜਾਰੀ ਕਰ ਦਾਂਗੇ। ਦੂਜਾ ਕਿਰਾਨਾ ਅਤੇ ਗਰੋਸਰੀ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇਹ ਤਾਂ ਐਸੈਂਸ਼ੀਅਲ 'ਚ ਆਈ ਹੈ, ਪਹਿਲੇ ਦਿਨ ਹੀ ਮੈਂ ਤਾਂ ਆਰਡਰ 'ਚ ਪਾਤਾ ਸੀਗਾ। ਫਿਰ ਉਸ ਤੋਂ ਸੀਗਾ ਇੰਡਸਟਰੀਅਲ ਮਟੀਰੀਅਲ, ਜਿਹੜੇ ਹੈਗੇ ਆ ਹਾਰਡਵੇਅਰ ਦੀਆਂ ਆਈਟਮਸ ਨੇ, ਜਿਸ 'ਚ ਟੂਲਸ ਵੀ ਨੇ, ਮੋਟਰਸ ਵੀ ਨੇ, ਪਾਈਪਸ ਨੇ ਔਰ ਇੰਡਸਟਰੀਅਲ ਮਟੀਰੀਅਲ ਨੇ। ਔਰ ਇੱਕ ਇਹਨਾਂ ਨੇ ਇਹ ਕਿਹਾ ਹੈਗਾ ਕਿ ਜੇ ਕੋਈ 9 ਤੋਂ 6 ਤਾਂ ਅਸੀਂ ਅਲਾਓ ਕਰਦੇ ਹੀ ਹਾਂ ਬਿਨਾਂ ਕਿਸੇ ਪਾਸ ਦੇ। 9 ਤੋਂ 6 ਤਾਂ ਕੋਈ ਕਰਫਿਊ ਹੁੰਦਾ ਹੀ ਨਹੀਂ। ਕਰਫਿਊ ਹੁੰਦਾ ਰਾਤ ਦੇ 6 ਤੋਂ ਸਵੇਰ ਦੇ 9 ਵਜੇ ਤੱਕ। ਹੁਣ ਇਹ ਕਰਤਾ ਕਿ ਕਰਫਿਊ ਦੇ ਦੌਰਾਨ ਜੇ ਕੋਈ ਪੈਦਲ ਜਾਂ ਬਾਈਸਾਈਕਲ 'ਤੇ, ਮਤਲਬ ਸਾਈਕਲ 'ਤੇ ਅਗਰ ਕੋਈ ਜਾਂਦਾ, ਜਿਵੇਂ ਕੋਈ ਮਿਹਨਤ ਮਜ਼ਦੂਰੀ ਕਰਨ ਜਾਂਦਾ, ਕੋਈ ਕੰਮ ਕਰਨ ਜਾਂਦਾ, ਉਹਨੂੰ ਕੋਈ ਪਾਸ ਦੀ ਲੋੜ ਨਹੀਂ ਹੈ। ਪਰ ਜਿਹੜੇ ਬੰਦੇ ਇਹ ਸ਼ਾਮ ਦੇ 6 ਤੋਂ ਸਵੇਰ ਦੇ 9 ਵਜੇ ਤੱਕ ਜਾਣਗੇ, ਉਹ ਕੋਈ ਵੀ ਉਹਨਾਂ ਕੋਲ ਮੋਟਰਾਈਜ਼ਡ ਵਹੀਕਲ ਹੋਵੇ, ਮੋਟਰਸਾਈਕਲ ਹੋਵੇ, ਕਾਰ ਹੋਵੇ, ਕੁਛ ਵੀ ਚੀਜ਼ ਹੋਵੇ, ਤਾਂ ਉਹਨਾਂ ਨੂੰ ਆਪਣਾ ਕਾਰਡ ਜਿਹੜਾ ਹੈਗਾ, ਉਹਨਾਂ ਨੂੰ ਆਪਣਾ ਪਾਸ ਬਣਾਉਣਾ ਪੈਣਾ ਹੈ। ਇਹ ਬਣਨਾ ਹੈ paas.pais.net.in ਤੋਂ। ਇਹ ਔਨਲਾਈਨ ਤੁਸੀਂ ਅਪਲਾਈ ਕਰਨਾ, ਆਪਣੇ ਡਾਕੂਮੈਂਟ ਅਪਲੋਡ ਕਰ ਦੇਣੇ ਵੀ ਕੀ ਤੁਹਾਨੂੰ ਲੋੜ ਹੈ। ਪੁਲਿਸ ਦੇ ਕੁਛ ਅਧਿਕਾਰੀਆਂ ਨੂੰ, ਕੁਛ SDMs ਨੂੰ ਜਾਂ ਕੁਛ DC ਆਫਿਸ ਦੇ ਕੁਛ ਕਰਮਚਾਰੀਆਂ ਨੂੰ। ਪਰ ਮੈਂ ਤੁਹਾਨੂੰ ਸ਼ੇਅਰ ਕਰਾਂ, ਅੱਜ ਇਕੱਲੇ ਲੁਧਿਆਣੇ 'ਚ 3854 ਪਾਸ ਬਣੇ ਆ। ਮਰਜ਼ੀ ਤਾਂ ਦੇਖੋ ਆਪਣੀ ਹੈ, ਹੋ ਸਕਦਾ ਕਿਸੇ ਨੂੰ ਬਹੁਤ ਜ਼ਰੂਰੀ ਕੰਮ ਹੋਵੇ ਵੀ ਆਪਾਂ ਮਤਲਬ ਕਰਫਿਊ ਤੁਹਾਡੇ ਫਾਇਦੇ ਲਈ ਲਾਇਆ। ਮੈਂ ਆਕਸੀਜਨ ਦੀ ਗੱਲ ਤੋਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਅਗਰ ਕੋਈ ਬਿਮਾਰ ਹੋ ਜੇ ਤਾਂ ਵੀ ਉਹ ਹਸਪਤਾਲ 'ਚ ਰਹਿ ਕੇ ਵੀ ਇਹ ਨਹੀਂ ਪਤਾ ਵੀ ਕਿੰਨੇ ਘੰਟੇ ਦੀ ਆਕਸੀਜਨ ਹੈ। ਦਿੱਲੀ ਦਾ ਹਾਲ ਤੁਸੀਂ ਦੇਖ ਹੀ ਲਿਆ, ਵੱਡੇ ਸ਼ਹਿਰਾਂ ਦਾ ਵੀ ਦੇਖ ਲਿਆ, ਹੋਰ ਵੱਡਿਆਂ ਦਾ, ਦੂਜੇ ਦੇਸ਼ਾਂ ਦਾ ਵੀ ਦੇਖ ਲਿਆ। ਸੋ ਇਹ ਹੈਗਾ। ਕੁਛ ਲੋਕਾਂ ਦਾ ਇਤਰਾਜ਼ ਇਹ ਵੀ ਹੈ ਕਿ ਵੀ ਜਿਹੜੇ ਠੇਕੇ ਆ ਉਹ ਐਸੈਂਸ਼ੀਅਲ ਦੇ ਵਿੱਚ ਕਿਉਂ ਅਪਲਾਈ ਕੀਤੇ ਆ। ਦੇਖੋ ਆਪਾਂ ਸਿਟੀਜ਼ਨਸ ਹੈਗੇ ਆ, ਐਕਸਾਈਜ਼ ਪਾਲਿਸੀ ਦੇ ਤਹਿਤ ਪੂਰੇ ਸਾਲ ਲਈ ਜਿਹੜੀ ਇਹਨਾਂ ਦੀ ਆਕਸ਼ਨ ਹੋ ਕੇ ਗਵਰਨਮੈਂਟ ਦੀਆਂ ਕੁਝ ਪਾਲਿਸੀਜ਼ ਨੇ, ਉਹਨਾਂ ਦੇ ਤਹਿਤ ਨੰਬਰ ਆਫ ਡੇਜ਼ ਜਿਹੜੇ ਇਹਦੇ ਆਫ ਦੇਣੇ ਹੁੰਦੇ ਨੇ, ਉਹਦੀ ਇੱਕ ਲਿਮਿਟ ਹੈਗੀ ਆ। ਸ਼ਾਇਦ ਉਹ ਐਕਸਾਈਜ਼ ਪਾਲਿਸੀ ਦੀ ਮਜਬੂਰੀ ਰਹੀ ਹੋਣੀ ਹੈ, ਬਟ ਜੋ ਵੀ ਗਵਰਨਮੈਂਟ ਦੀ ਪਾਲਿਸੀ ਹੈ ਉਹ ਤੁਹਾਡੇ ਸਾਹਮਣੇ ਹੈਗੀ ਆ। ਔਰ ਦੂਜਾ ਮੈਂ 1 ਬਾਈ 1 ਅਗਰ ਲਵਾਂ ਤਾਂ ਇਹ ਵਰਿੰਦਰ ਸਿੰਘ ਜੀ ਦਾ ਇੱਕ ਸਵਾਲ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ 40% ਲੋਕ ਤਾਂ ਜੀ ਸੜਕਾਂ 'ਤੇ ਤੁਰੇ ਫਿਰਦੇ ਆ, ਵੀ ਇਹਦੇ ਨਾਲ ਕੋਈ ਗੱਲ। ਵਰਿੰਦਰ ਜੀ, ਮੈਂ ਤੁਹਾਡੇ ਨਾਲ ਸਹਿਮਤ ਹੈਗਾ। ਮਤਲਬ ਗਵਰਨਮੈਂਟ ਨੇ ਤਾਂ ਆਪਣਾ ਰੈਵਨਿਊ ਛੱਡ ਕੇ ਜਿਹੜਾ ਹੈਗਾ ਇਹ ਸ਼ਾਪਸ ਨੂੰ ਬੰਦ ਕਰਨ ਦਾ ਕੀਤਾ, ਲੋਕਾਂ ਦੀ ਸਹੂਲਤ ਲਈ ਕੀਤਾ। ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਗੈਰ ਜ਼ਰੂਰੀ ਕੰਮਾਂ ਲਈ ਨਾ ਨਿਕਲਣ। ਬਾਕੀ ਹੁਣ ਇਹ ਪਾਸ ਵਾਲੀ ਗੱਲ ਹੋ ਗਈ ਤਾਂ ਮੈਨੂੰ ਲੱਗਦਾ ਹੋਰ ਲੋਕ ਘਟਣਗੇ। ਇੱਕ ਸੁਖਮੀਤ ਸਿੰਘ ਪਟੇਜਾ ਜੀ ਨੇ ਕਿਹਾ ਕਿ ਬੈਂਕਾਂ ਦੇ ਬਾਹਰ ਲਾਈਨ ਲੱਗੀ ਹੈ। ਇਹ ਮੈਂ ਜ਼ਰੂਰ ਜਿਹੜੇ ਸਾਡੇ ਲੀਡ ਬੈਂਕ ਮੈਨੇਜਰ ਨੇ ਉਹਨਾਂ ਨਾਲ ਗੱਲ ਕਰੂੰਗਾ, CP ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ। ਫਿਰੋਜ਼ ਆਲਮ ਜੀ ਨੇ ਰਿਕੁਐਸਟ ਕੀਤੀ ਹੈ ਕਿ ਔਡ ਈਵਨ ਕਰੋ। ਫਿਰੋਜ਼ ਜੀ, ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਸਲਾਹ ਚੰਗੀ ਹੈ, ਬਹੁਤ ਸਲਾਹਾਂ ਚੰਗੀਆਂ ਹੋ ਸਕਦੀਆਂ ਨੇ, ਬਟ ਜਦੋਂ ਆਪਾਂ ਡਰਾਈਵਰ ਸੀਟ 'ਚ ਇੱਕ ਵਾਰੀ ਬਿਠਾ ਦਿੰਦੇ ਹਾਂ, ਮਤਲਬ ਜਿਹੜੀ ਗਵਰਨਮੈਂਟ ਹੈਗੀ ਹੈ ਉਹਨਾਂ ਦੇ ਜੋ ਫੈਸਲੇ ਨੇ, ਸਮਬਡੀ ਹੈਜ਼ ਟੂ ਡਿਸਾਈਡ। ਤੋ ਇਸ ਕਰਕੇ ਆਪਾਂ ਨੂੰ ਜੋ ਫਾਰਮੂਲਾ ਆਇਆ ਹੈਗਾ ਉਹਨੂੰ ਆਪਾਂ ਲਾਗੂ ਕਰੀਏ ਚੰਗੀ ਤਰ੍ਹਾਂ। 2 ਹਫ਼ਤਿਆਂ ਦੀ ਗੱਲ ਹੈ, ਇਦੋਂ ਜ਼ਿਆਦਾ ਲੰਬੀ ਚੌੜੀ ਹੈ ਨਹੀਂ। ਕਿਤੇ ਵੀ ਆ ਜੇ 2-3 ਹਫ਼ਤਿਆਂ 'ਚ ਇਹਨੇ ਕਰਵਨੇ ਥੱਲੇ ਆ ਜਾਣਾ ਹੁੰਦਾ। ਵੀਕਐਂਡ ਦਾ ਆਪਣਾ ਕਰਫਿਊ ਹੋਏ ਅਤੇ ਰੋਜ਼ ਦਾ ਰਾਤ ਦਾ ਜੇ ਆਪਾਂ ਚੰਗੀ ਤਰ੍ਹਾਂ ਕਰੀਏ ਤਾਂ ਆਪਾਂ ਨੂੰ ਐਡੀ ਲੋੜ ਹੀ ਨਹੀਂ ਇਸ 'ਚ। ਸਤਿੰਦਰ ਸਹਿਗਲ ਜੀ ਕਹਿੰਦੇ ਆ ਕਿ ਪੂਰੀ ਸਖਤੀ ਫੁੱਲ ਕਰ ਦਿਓ ਜੀ, ਫੁੱਲ ਲੋਕਡਾਊਨ ਲਾ ਦਿਓ। ਸਤਿੰਦਰ ਸਹਿਗਲ ਸਾਹਿਬ, ਇਹਦੀਆਂ ਕੁਛ ਆਪਦੀਆਂ ਸਮੱਸਿਆਵਾਂ ਨੇ। ਜਿਹੜੀ ਸਾਡੀ ਬਾਹਰੋਂ ਮਾਈਗ੍ਰੇਸ਼ਨ ਕਰਕੇ ਜਿਹੜੇ ਵਰਕਰਸ ਵਗੈਰਾ ਆਉਂਦੇ ਨੇ, ਪਿਛਲੀ ਵਾਰ ਆਪਾਂ ਦੇਖਿਆ ਕਿ ਜਦੋਂ ਫੁੱਲ ਲੋਕਡਾਊਨ ਲੱਗਦਾ, ਸਰਕਾਰ ਦੀ ਇੱਕ ਮਜਬੂਰੀ ਹੈ ਕਿ
ਮੈਨੂਫੈਕਚਰਿੰਗ ਇੰਡਸਟਰੀ ਜਦੋਂ ਬੰਦ ਹੁੰਦੀ ਹੈ ਤਾਂ ਇਹ ਸੜਕਾਂ 'ਤੇ ਚਾਲੇ ਪਾ ਦਿੰਦੇ ਆ, ਉਹਦੇ ਨਾਲ ਬਿਮਾਰੀ ਫੈਲਦੀ ਹੈ ਔਰ ਕੰਮ ਬਹੁਤ ਜ਼ਿਆਦਾ ਵੱਧਦਾ। ਸੋ ਇਹੀ ਹੈ ਵੀ ਜਿਹੜੇ ਬੰਦੇ ਐਟਲੀਸਟ ਘਰੇ ਬੈਠ ਸਕਦੇ ਨੇ ਕੁਛ ਦਿਨਾਂ ਲਈ ਬਹਿ ਜਾਣ। ਮੁੜ ਕੇ ਤਾਂ ਯਾਰ ਪਿਛਲੇ 6 ਮਹੀਨੇ ਵੀ ਬਿਜ਼ਨਸ ਵਧੀਆ ਚੱਲਿਆ। ਆਫਟਰ ਦੀਵਾਲੀ ਵੀ ਮੈਨੂੰ ਲੋਕ ਦੱਸ ਕੇ ਗਏ ਨੇ ਕਿ ਜਿੰਨਾ ਕੁ ਡਾਊਨ ਗਿਆ ਸੀ ਡਿਊਰਿੰਗ ਕੋਵਿਡ, ਸਰਦੀ ਦੇ ਦੌਰਾਨ ਵੀ ਹੌਜ਼ਰੀ ਦੀ ਡਿਮਾਂਡ ਵੀ ਅੱਛੀ ਆਈ ਹੈ, ਸਾਈਕਲ ਦੀ ਡਿਮਾਂਡ ਵੀ ਅੱਛੀ ਆਈ ਹੈ, ਸਪੇਅਰ ਪਾਰਟਸ ਦੀ ਡਿਮਾਂਡ ਵੀ ਅੱਛੀ ਆਈ ਹੈ। ਲੈਟਸ ਬੀ ਓਨੈਸਟ ਵਿਦ ਆਰ ਸੈਲਸ, ਕਿਉਂਕਿ ਇਹ ਸਾਰੇ ਫਿਗਰ ਦਾ ਡਾਟਾ, ਟੈਕਸਿਸ ਦਾ, ਵਪਾਰੀਆਂ ਨਾਲ ਮੇਲ ਮੁਲਾਕਾਤ, ਵਪਾਰ ਬਾਰੇ ਸਾਰੀ ਗੱਲ ਇਹ ਆਉਂਦੀ ਤਾਂ ਰਹਿੰਦੀ ਹੈਗੀ ਹੈ। ਨੋ ਡਾਊਟ ਇਟਸ ਨਾਟ ਵੈਰੀ ਆਈਡੀਅਲ ਸਿਚੁਏਸ਼ਨ, ਮਤਲਬ ਵਪਾਰ ਨੂੰ ਬੰਦ ਕਰਨਾ ਇਹ ਬਹੁਤ ਅੱਛੀ ਗੱਲ ਨਹੀਂ ਹੈ। ਬਟ ਜਿੱਥੇ ਇਕੋਨਮੀ ਅਤੇ ਲੋਕਾਂ ਦੀ ਜਾਨ ਦੀ ਗੱਲ ਆ ਜਾਏ ਤਾਂ ਮੈਨੂੰ ਲੱਗਦਾ ਲੋਕਾਂ ਦੀ ਜਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਸ਼ੀਸ਼ ਜੁਨੇਜਾ ਜੀ ਦਾ ਇਹ ਕਹਿਣਾ ਹੈਗਾ ਕਿ ਗਰੋਸਰੀ ਡਿਪਾਰਟਮੈਂਟ ਨੇ, ਗਰੋਸਰੀ ਤਾਂ ਮੈਂ ਕਹਿ ਹੀ ਦਿੱਤਾ ਜੀ, ਗਰੋਸਰੀ ਅਤੇ ਮਿਲਕ ਦੀਆਂ ਸ਼ਾਪਸ ਤਾਂ ਖੁੱਲ੍ਹੀਆਂ ਰਹਿ ਸਕਦੀਆਂ ਨੇ 9 ਤੋਂ 5। ਕੰਸਟਰਕਸ਼ਨ ਅਲਾਊਡ ਹੈਗੀ ਹੈ। ਕੰਸਟਰਕਸ਼ਨ ਦੇ ਨਾਲ ਜਿਹੜਾ ਜ਼ਰੂਰੀ ਸਮਾਨ ਹੈ, ਨੈਚੁਰਲੀ ਕੰਸਟਰਕਸ਼ਨ ਵਾਲਾ ਸਮਾਨ ਤਾਂ ਚੱਲੂਗਾ ਜਦੋਂ ਕੰਸਟਰਕਸ਼ਨ ਅਲਾਊਡ ਹੈ ਜੀ। ਹੈਰੀ ਗਰਗ ਵੀ ਇਹੀ ਕਹਿੰਦੇ ਆ, ਹੈਰੀ ਗਰਗ ਜੀ ਕਹਿੰਦੇ ਆ ਕਿ ਵੀ ਬਾਹਰ ਲੋਕ ਘੁੰਮ ਰਹੇ ਆ ਜੀ। ਠੀਕ ਆ, ਆਪਾਂ ਸਮਝਾਈਏ ਜੀ, ਪੁਲਿਸ ਵੀ ਸਮਝਾ ਰਹੀ ਹੈ, ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਨਾ ਘੁੰਮਣ ਜੀ। ਬਿਜਲੀ ਦੀਆਂ ਦੁਕਾਨਾਂ ਬਾਰੇ ਹਰਮਨਦੀਪ ਸਿੰਘ ਜੀ, ਬਿਜਲੀ ਦੀਆਂ ਦੁਕਾਨਾਂ ਅਸੀਂ ਨਹੀਂ ਅਲਾਉ ਕੀਤੀਆਂ, ਪਲੀਜ਼ ਬੀਅਰ ਵਿਦ ਅਸ। ਨੋ ਡਾਊਟ ਬਿਜਲੀ ਅੱਜ ਦੀ ਜ਼ਰੂਰਤ ਬਣ ਗਈ ਹੈ, ਬਟ ਜੇ ਆਪਾਂ ਇੱਦਾਂ ਕਰਦੇ ਸਾਰਾ ਕੁਝ ਖੋਲਾਂਗੇ, ਸਾਰਾ ਕੁਝ ਹੀ ਜ਼ਰੂਰੀ ਹੈ। ਬੱਚਿਆਂ ਦੀ ਸਟੇਸ਼ਨਰੀ ਵੀ ਜ਼ਰੂਰੀ ਹੈ, ਸਾਰਾ ਕੁਝ ਹੀ, ਕਿਹੜੀ ਚੀਜ਼ ਜ਼ਰੂਰੀ ਨਹੀਂ ਅੱਜ ਦੇ ਜ਼ਮਾਨੇ 'ਚ, ਪਰ ਸਿਹਤ ਸਭ ਤੋਂ ਜ਼ਰੂਰੀ ਹੈ। ਦਲਜੀਤ ਚੱਗੜ ਜੀ ਵੀ ਕਹਿੰਦੇ ਹੈ ਕਿ ਇਹਨਾਂ ਨੂੰ ਵੀ ਸ਼ਾਇਦ ਪਸੰਦ ਨਹੀਂ ਆਇਆ ਲਾਕਡਾਊਨ ਜਾਂ ਜਿਹੜਾ ਇਹ ਕਰਫਿਊ ਕਰਨ ਲੱਗਿਆ ਹੈਗਾ। ਸੋ ਮੈਨੂੰ ਵੀ ਨਹੀਂ ਪਸੰਦ, ਬਟ ਮਜਬੂਰੀ ਹੈ। ਸਾਹਿਲ ਸੁਨੇਜਾ ਜੀ ਇਹ ਕਹਿੰਦੇ ਆ ਵੀ ਹੋਲਸੇਲਰ ਜਿਹੜੇ ਹੈਗੇ ਆ ਅਪ ਡਾਊਨ ਇਹਨਾਂ ਨੂੰ ਗੋਡਾਊਨਾਂ 'ਚ ਅਲਾਊਡ ਹੈ। ਸਾਡੀ ਉੱਥੇ ਦੁਕਾਨ ਵੀ ਅਸੀਂ ਖੋਲ੍ਹੀਏ। ਜੁਨੇਜਾ ਸਾਹਿਬ ਇਹਦਾ ਮੇਨ ਗੱਲ ਇਹ ਹੈ ਵੀ ਜਿਵੇਂ ਹੋਲਸੇਲ 'ਚ ਕੋਈ ਦਾਲਾਂ ਆਉਣੀਆਂ ਨੇ, ਸਾਬਣ ਸਰਫ ਆਉਣਾ, ਕੁਛ ਆਉਣਾ, ਤਾਂ ਕਰਕੇ ਅਸੀਂ ਅਲਾਊ ਕੀਤਾ। ਕੋਈ ਐਕਸਪੋਰਟ ਹੋਣੀ ਹੈ ਚੀਜ਼, ਬਟ ਜੇ ਆਪਾਂ ਉੱਥੇ ਨਾਲੋਂ ਨਾਲ ਦੁਕਾਨ ਖੋਲ੍ਹ ਕੇ ਪਰਚੂਨੀ ਵੀ ਕਰਾਂਗੇ, ਦੈਟ ਇਜ਼ ਨਾਟ ਅਲਾਊਡ। ਤੁਸੀਂ ਉਹਦੀ ਭਾਵਨਾ ਸਮਝੋ। ਮੰਡੀ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ। ਮੰਡੀ ਦੇ ਵਿੱਚ ਹੋਲਸੇਲਰ ਲਈ ਹੁੰਦੀ ਹੈ ਮੰਡੀ ਵੀ, ਵੱਡੇ ਵਪਾਰੀ ਉੱਥੋਂ ਖਰੀਦਣ, ਅੱਗੇ ਜਾ ਕੇ ਉਹ ਵੇਚਣ, ਛੋਟੀਆਂ ਰੇਹੜੀਆਂ ਜਿਹੜੀਆਂ ਹੈਗੀਆਂ ਗਲੀਆਂ 'ਚ ਜਾ ਕੇ ਵੇਚਣ। ਹੁਣ ਉੱਥੇ ਸਸਤਾ ਲੈਣ ਦੇ ਚੱਕਰ 'ਚ ਮਤਲਬ ਹਸਪਤਾਲ ਦਾ ਤੁਸੀਂ ਦੇਖੋ ਇੱਕ ਦਿਨ ਦਾ ਬਿੱਲ ਕਿੰਨਾ ਬਣਦਾ, ਸਿਹਤ ਦਾ ਕੀ ਲਾਸ ਹੈ ਜਿਹੜੇ ਬੰਦੇ ਦਾ ਹੋ ਜੇ। ਪਰ ਆਪਾਂ ਥੋੜ੍ਹਾ ਜਿਹਾ ਲਾਲਚ ਕਰਕੇ ਅੱਗੇ ਪਿੱਛੇ ਕਰਨਾ ਵੀ ਚਾਹੀਦਾ ਯਾਰ। ਮੈਂ ਵੀ ਸਰਫਾ ਕਰਦਾ ਜਿੱਥੇ 4 ਪੈਸੇ ਬਚਦੇ ਆ। ਹਰੇਕ ਘਰੇਲੂ ਪਰਿਵਾਰ ਚੱਲਣ ਵਾਲਾ ਹਰ ਬੰਦਾ ਇਹ ਗੱਲ ਸੋਚਦਾ ਵੀ ਜਿੱਥੋਂ 2 ਪੈਸੇ ਬਚਦੇ ਆ, ਜੇ ਸਬਜ਼ੀ ਸਸਤੀ ਮਿਲਦੀ ਹੈ ਖਰੀਦ ਲਈਏ। ਪਰ ਅੱਛੀ ਗੱਲ ਹੈ, ਬਟ ਇਹਨਾਂ ਦਿਨਾਂ ਦੇ ਦੌਰਾਨ ਕਿਰਪਾ ਕਰਕੇ ਹੋਲਸੇਲ ਮੰਡੀ 'ਚ ਨਾ ਜਾਓ। ਹੋਲਸੇਲ ਮੰਡੀ ਹੋਲਸੇਲ ਲਈ ਹੈ, ਉੱਥੋਂ ਸਸਤੀ ਜ਼ਰੂਰ ਮਿਲਦੀ ਹੈ ਚੀਜ਼, ਪਰ ਭੀੜ ਇੰਨੀ ਹੈ ਜਿਹਦੇ ਨਾਲ ਕਰੋਨਾ ਆ ਜੇ ਯਾਰ, ਉਸ ਤੋਂ ਵੱਡੀ ਜ਼ਹਿਮਤ ਕੀ ਹੋ ਸਕਦੀ ਹੈ। ਤਾਂ ਇੱਕ ਤਰ੍ਹਾਂ ਬਿਮਾਰੀ ਛੇੜਨ ਵਾਲੀ ਗੱਲ ਹੈ। ਅਸੀਂ ਸਾਰੇ ਰੇਹੜੀ ਵਾਲੇ ਭਰਾਵਾਂ ਨੂੰ ਇਹ ਬੇਨਤੀ ਕੀਤੀ, ਜੇ ਕੋਈ ਉੱਥੇ ਜਾਊਗਾ ਕਾਰਵਾਈ ਕਰਾਂਗੇ। ਉੱਥੇ ਇਕੱਲੇ ਹੋਲਸੇਲਰ ਵਿਕੂਗਾ, ਫਿਰ ਅੱਗੇ ਰਿਟੇਲਰ ਜਿਹੜੇ ਆ ਉਹ ਗਲੀਆਂ 'ਚ ਵੇਚਣਗੇ। ਟਿਊਸ਼ਨ ਸੈਂਟਰ ਚੱਲ ਰਿਹਾ, ਆਨੰਦ ਸਿੰਘ ਦਾ ਕਹਿਣਾ। ਆਨੰਦ ਸਿੰਘ ਜੀ, ਜੇ ਤੁਹਾਨੂੰ ਕੋਈ ਹੈਗੀ ਹੈ ਇੱਦਾਂ ਦੀ ਸੂਚਨਾ ਮੈਨੂੰ ਵਟਸਐਪ ਕਰ ਦਿਓ। ਸਾਡੇ ਵੱਲੋਂ ਤਾਂ ਬੰਦ ਨੇ, ਜੇ ਕੋਈ ਕਰੂਗਾ ਮੈਂ CP ਸਾਹਿਬ ਨੂੰ ਕਹਿ ਕੇ ਵੀ ਵਿਲ ਟੇਕ ਵੈਰੀ ਸਟ੍ਰਿਕਟ ਐਕਸ਼ਨ। ਪਸਲੀਨ ਕੌਰ ਜੀ ਕਹਿੰਦੇ ਹੈ ਇਹਨਾਂ ਨੇ ਵੀ ਠੇਕਿਆਂ 'ਤੇ ਇਤਰਾਜ਼ ਕੀਤਾ, ਇਹਦੇ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੈਗਾ। ਪੰਕਜ ਅਤੇ ਰੇਖਾ ਵਿਜ ਇਹਨਾਂ ਦਾ ਇਹ ਕਹਿ ਰਹੇ ਹੈ ਕਿ ਵੀ ਆਪਾਂ ਨੂੰ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈਗਾ। ਇਹ ਬਿਲਕੁਲ ਠੀਕ ਹੈ, ਸਾਰਿਆਂ ਨੂੰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਟੈਸਟ ਕਰਾਉਣਾ ਚਾਹੀਦਾ। ਪਿਊਸ਼ ਬੰਸਲ ਇਹਨਾਂ ਨੇ ਕਿਹਾ ਬੈਂਕਰਸ ਦੀ ਟੈਸਟਿੰਗ ਹੋਣੀ ਚਾਹੀਦੀ ਹੈ। ਬੰਸਲ ਸਾਹਿਬ ਅਸੀਂ ਬੜੀਆਂ ਰਿਕੁਐਸਟਾਂ ਕੀਤੀਆਂ ਪਹਿਲਾਂ ਵੀ ਕਰਾ ਲਓ ਕਰਾ ਲਓ ਕਰਾ ਲਓ। ਕਈ ਵਾਰ ਜਿਹੜੀ ਚੀਜ਼ ਜਦੋਂ ਫ੍ਰੀ ਅਤੇ ਅਬੰਡੈਂਸ 'ਚ ਮਿਲਦੀ ਹੈ ਨਾ, ਲੋਕਾਂ ਨੂੰ ਲੱਗਦਾ ਪਤਾ ਨਹੀਂ ਕਿਉਂ ਕਹਿ ਰਹੀ ਹੈ ਸਰਕਾਰ। ਬਟ ਨੰਨਦਲੈਸ ਤੁਸੀਂ ਫਿਕਰ ਨਾ ਕਰੋ, ਜਦੋਂ ਹੀ ਵੈਕਸੀਨ ਆ ਗਈ, ਲੁਧਿਆਣਾ ਪਹਿਲਾ ਜ਼ਿਲ੍ਹਾ ਹੋਊਗਾ ਜਿਹੜਾ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਨੂੰ ਆਫਰ ਕਰੂਗਾ। ਰਾਕੇਸ਼ ਗੋਇਲ ਢਿੱਲੋਂ ਸਾਹਿਬ ਇਹ ਕਹਿੰਦੇ ਹੈ ਕਿ ਵੀ ਕਈ ਬੰਦੇ ਦੁਕਾਨਾਂ ਖੋਲ੍ਹੀ ਰੱਖੇ ਹੈ, ਉਹਨਾਂ ਦਾ ਵੀ ਕੋਈ ਨਿਯਮ ਬਣਾਓ। ਇਹ ਵੀ ਆਪਾਂ ਕਰਕੇ ਜੀ ਇੱਥੇ ਵੀ ਲਾਗੂ ਕਰਾਵਾਂਗੇ, ਕੋਈ ਗੱਲ ਨਹੀਂ ਹੈ। ਔਰ ਹਿਤੇਸ਼ ਜੈਨ ਜੀ ਕਹਿੰਦੇ ਹੈ ਵੀ ਫੈਕਟਰੀਆਂ 'ਚ ਰਸ਼ ਜ਼ਿਆਦਾ ਹੈ, ਦੁਕਾਨਾਂ 'ਤੇ ਘੱਟ ਹੈ। ਜੈਨ ਸਾਹਿਬ ਗੱਲ ਇਹ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਪਿਛਲੀ ਵਾਰ ਜਿਹੜੀ ਲੇਬਰ ਚਲੀ ਗਈ ਉਹ 6-6 ਮਹੀਨੇ ਆਈ ਨਹੀਂ ਹੈ। ਔਰ ਜੈਨ ਸਾਹਿਬ ਇੱਕ ਗੱਲ ਆਪਾਂ ਨੂੰ ਮੰਨਣੀ ਵੀ ਪੈਣੀ ਹੈ, ਮੈਂ ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਨੂੰ ਵੀ ਬੁਲਾ ਕੇ ਆ ਵੀ ਕਰਾ ਲਓ ਵੈਕਸੀਨੇਸ਼ਨ, ਸਾਰੇ ਵਰਕਰਾਂ ਦੀ ਕਰਾ ਲਓ। ਹੋਇਆ ਹੁੰਗਾਰਾ, ਬਟ ਥੋੜ੍ਹਾ ਜਿਹਾ ਮੱਠਾ ਰਿਹਾ। ਬਟ ਸਾਡੇ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ 'ਚੋਂ ਮੈਜੋਰਿਟੀ ਨੇ ਆਪਣੀਆਂ ਕੰਪਨੀਆਂ 'ਚ ਵੈਕਸੀਨੇਸ਼ਨ ਕਰਾ ਕੇ 90% ਤੱਕ ਵਰਕਰ ਹੈ ਜਿਹੜੇ ਕਰਾ ਲਏ। ਔਰ ਫੈਕਟਰੀਆਂ 'ਚੋਂ ਕੋਈ ਬਹੁਤੇ ਕੇਸ ਆ ਨਹੀਂ ਰਹੇ ਹੁਣ।
ਆਪਣੀਆਂ ਜਿਹੜੀਆਂ ਛੋਟੀਆਂ ਗਲੀਆਂ ਨੇ, ਪੁਰਾਣੇ ਆਪਣੇ ਲੋਕ ਜਿੱਥੇ ਰਹਿੰਦੇ ਹੈ, ਵਪਾਰ ਹੈ, ਮੀਡੀਓਕਰ ਵਰਗ ਹੈ, ਸਾਡੇ ਵਰਗੇ ਜਿਹੜੇ ਮੁਲਾਜ਼ਮ ਨੇ, ਉਹਨਾਂ ਚੋਂ ਦਫ਼ਤਰਾਂ ਚੋਂ ਇਹੋ ਜਿਹੀਆਂ ਥਾਵਾਂ ਤੋਂ ਜ਼ਿਆਦਾ ਕੇਸ ਆ ਰਹੇ ਆ। ਮਨਦੀਪ ਦੁੱਗਲ ਜੀ ਕਹਿੰਦੇ ਹੈ, ਇਹ ਵੀ ਇਹਨਾਂ ਨੂੰ ਵੀ ਰੋਸਾ ਹੈਗਾ ਵੀ ਕਿਉਂ ਸ਼ਾਪਕੀਪਰਸ 'ਤੇ ਨੁਕਸਾਨ ਹੋ ਰਿਹਾ ਹੈ। ਮਨਦੀਪ ਦੁੱਗਲ ਜੀ, ਜਿਵੇਂ ਕਿਸੇ ਬੱਚੇ ਦੇ ਆਪਾਂ ਟੀਕਾ ਲਾਉਂਦੇ ਹਾਂ ਨਾ, ਉਹ ਤਕਲੀਫ ਮੰਨਦਾ ਹੈਗਾ, ਸੇਮ ਸਾਡੀ ਸਰਕਾਰ ਦੀ ਹਾਲਤ ਹੈ। ਲਾਕਡਾਊਨ ਲਗਾ ਕੇ ਕਿਸੇ ਨੂੰ ਕੋਈ ਖੁਸ਼ੀ ਨਹੀਂ, ਮੈਂ ਤੀਜੀ ਚੌਥੀ ਵਾਰੀ ਰਿਪੀਟ ਕਰ ਰਿਹਾ, ਤੁਹਾਡੇ ਭਲੇ ਲਈ ਅਸੀਂ ਕਰ ਰਹੇ ਹਾਂ। ਔਰ ਅਗਰ ਇਫ ਸਮਬਡੀ ਲੈਂਡਸ ਅਪ ਇਨ ਹਸਪੀਟਲ, ਇਸ ਤੋਂ ਬੁਰੀ ਕੋਈ ਗੱਲ ਨਹੀਂ ਹੋ ਸਕਦੀ। ਸੁਖਜਿੰਦਰ ਅਰੋੜਾ ਜੀ, ਉਹ ਇਹ ਕਹਿੰਦੇ ਹੈ, ਸਰ ਵੈਨ ਵੈਕਸੀਨੇਸ਼ਨ ਵਿਲ ਬੀ ਅਵੇਲੇਬਲ ਬਿਕੋਜ਼ ਮਾਈ ਪੇਰੈਂਟਸ ਨੀਡ ਸੈਕੰਡ ਡੋਜ਼। ਸੁਖਜਿੰਦਰ ਜੀ, ਥੋੜ੍ਹੀ ਕਰਕੇ ਵੈਕਸੀਨੇਸ਼ਨ ਆ ਰਹੀ ਹੈ। ਜਿਹੜੇ ਬੰਦਿਆਂ ਨੂੰ ਫਸਟ ਵੈਕਸੀਨੇਸ਼ਨ ਲੱਗੀ ਹੈ, ਉਹਨਾਂ ਨੂੰ ਸੈਕੰਡ ਵੈਕਸੀਨੇਸ਼ਨ ਦੇਣ ਲਈ ਸਰਕਾਰ ਦ੍ਰਿੜ ਸੰਕਲਪ ਹੈ। ਅੱਜ ਲੱਗੇ ਕੱਲ੍ਹ ਲੱਗੇ, ਉਹ ਜ਼ਰੂਰ ਲੱਗੂਗੀ। ਔਰ ਵੈਸੇ ਵੀ ਹੁਣ ਤਾਂ ਖੋਜ ਆ ਗਈ ਵੀ ਸੈਕੰਡ ਵੈਕਸੀਨ ਅਗਰ 2 ਤੋਂ ਲੈ ਕੇ 8 ਹਫ਼ਤਿਆਂ ਤੱਕ ਥੋੜ੍ਹਾ ਜਿਹਾ ਫਲੈਕਸੀਬਲ ਹੈ, ਥੋੜ੍ਹੀ ਲੇਟ ਵੀ ਹੋ ਜਾਏ ਤਾਂ ਵੀ ਉਹਦੀ ਐਫੀਕੇਸੀ ਅਪ ਟੂ 3 ਮਹੀਨੇ ਤੱਕ ਵੀ ਹੈਗੀ ਹੈ। ਮਤਲਬ ਜਿੰਨੀ ਲੇਟ ਲੱਗੂਗੀ ਉਨਾ ਫਾਇਦਾ ਹੀ ਹੈ। ਪਰ ਜਦੋਂ ਵੀ ਮੌਕਾ ਆਊਗਾ ਤੁਹਾਡੇ ਕੈਂਪ ਵੀ ਲੱਗੂਗਾ। ਤੁਸੀਂ ਸਿਵਲ ਹਸਪਤਾਲ 'ਚ ਅਤੇ ਸਿਵਲ ਸਰਜਨ ਦਫ਼ਤਰ 'ਚ ਰੋਜ਼ ਹੀ ਲੱਗਦੀ ਹੈ। ਕੋਵੈਕਸੀਨ ਵੀ ਅਵੇਲੇਬਲ ਹੈ, ਕੋਵੀਸ਼ੀਲਡ ਵੀ ਹੈ। ਔਰ 45 ਤੋਂ ਉੱਪਰ ਵਾਲਿਆਂ ਨੂੰ ਸਾਰਿਆਂ ਨੂੰ ਅਜੇ ਵੀ ਫ੍ਰੀ ਲੱਗੂਗੀ ਸਰਕਾਰੀ ਥਾਵਾਂ 'ਤੇ। ਪ੍ਰਾਈਵੇਟ 'ਚ ਹੁਣ ਪੇਡ ਹੋਊਗੀ। ਜੇ ਕੋਈ ਫੈਕਟਰੀ ਵਾਲਿਆਂ ਨੇ ਲਗਵਾਉਣੀ ਹੈ ਤਾਂ ਉਹਨਾਂ ਨੂੰ ਔਨਲਾਈਨ ਇਹਨੂੰ ਪਰਚੇਜ਼ ਕਰਨਾ ਪੈਣਾ, ਜਾਂ ਕਿਸੇ ਪ੍ਰਾਈਵੇਟ ਹਸਪਤਾਲ ਦੇ ਨਾਲ ਟਾਈ ਅਪ ਕਰਕੇ ਪੇਮੈਂਟ ਐਡਵਾਂਸ ਕਰਨੀ ਪੈਣੀ ਹੈ, ਤਾਂ ਸੈਂਟਰ ਗਵਰਨਮੈਂਟ ਜਾਂ ਸੀਰਮ ਇੰਸਟੀਚਿਊਟ ਵੱਲੋਂ ਇਹ ਵੈਕਸੀਨ ਆਊਗੀ। ਪਹਿਲਾਂ ਵਾਲੀ ਗੱਲ ਨਹੀਂ ਹੈ ਵੀ ਫ੍ਰੀ ਵਾਲੇ ਜਿਵੇਂ ਆਪਾਂ ਕੈਂਪ ਲਗਾ ਰਹੇ ਸੀਗੇ। ਫੈਕਟਰੀ ਵਾਲੇ ਨੇ ਅਗਰ ਲਗਾਉਣਾ ਤਾਂ ਮੈਂ ਰਿਪੀਟ ਕਰ ਰਿਹਾ, ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਨਾਲ ਪੇਮੈਂਟ ਕਰਕੇ ਜਾਂ ਔਨਲਾਈਨ ਬੁੱਕ ਕਰਾਉਣੀ ਪੈਣੀ ਹੈ ਪੇਮੈਂਟ ਕਰਕੇ। ਵਿਪਨ ਸਾਨੀ ਜੀ ਨੇ CSC ਬਾਰੇ ਪੁੱਛਿਆ ਵੀ ਕਾਮਨ ਸਰਵਿਸ ਸੈਂਟਰ ਕੁਛ ਕੁ ਦਿਨ ਆਪਾਂ ਬੰਦ ਰੱਖੀਏ। ਸਾਨੂੰ ਤਾਂ ਆਪ ਘੱਟ ਹੈ, CSC ਦੇ ਵਿੱਚ ਕਈ ਸਰਕਾਰੀ ਸਕੀਮਾਂ ਲਈ ਲੋਕ ਅਪਲਾਈ ਕਰਦੇ ਸੀਗੇ, ਸੋ ਇਹ ਦਿੱਕਤ ਹੈ ਥੋੜ੍ਹੀ ਜਿਹੀ। ਗਗਨਦੀਪ ਸਿੰਘ ਜੀ ਕਹਿੰਦੇ ਹੈ ਕਿ ਕਿਵੇਂ ਆਪਾਂ ਕੰਟਰੋਲ ਕਰਾਂਗੇ, ਮਾਰਕੀਟਾਂ 'ਚ ਤਾਂ ਲੋਕ ਘੁੰਮਦੇ ਫਿਰਦੇ ਹੈ, ਕੰਪਲੀਟ ਲਾਕਡਾਊਨ ਲਾ ਦਿਓ। ਕਈ ਲੋਕਾਂ ਦਾ ਵਿਚਾਰ ਹੈ, ਕਈ ਕਹਿੰਦੇ ਆ ਕੰਪਲੀਟ ਲਾਓ, ਕਈ ਕਹਿੰਦੇ ਇੰਨਾ ਵੀ ਚੱਕ ਦਿਓ। ਸੋ ਜਿੰਨੇ ਮੂੰਹ ਉਨੀਆਂ ਗੱਲਾਂ, ਇਹ ਤਾਂ ਕਈ ਸਲਾਹਾਂ ਨੇ। ਆਊਟ ਆਫ ਸਾਰੀਆਂ ਸਲਾਹਾਂ 'ਚੋਂ ਗਵਰਨਮੈਂਟ ਨੇ ਦੇਖ ਕੇ ਵੀ ਕਿਹੜੀ ਬੈਸਟ ਹੈ, ਉਹਦੇ ਮੁਤਾਬਕ ਉਹ ਮਤਲਬ ਫੈਸਲੇ ਆਉਂਦੇ ਨੇ। ਔਰ ਇਸੇ ਤਰ੍ਹਾਂ ਹੀ ਗਗਨਦੀਪ ਅਰੋੜਾ ਜੀ ਇਹ ਕਹਿੰਦੇ ਹੈ ਕਿ ਇਹ ਖੇਡਣ ਵਾਲਿਆਂ 'ਤੇ ਗੱਲ ਕਰਦੇ ਹੈ, ਜਾਂ ਕੋਈ ਗੁਰਦੁਆਰਾ ਸਾਹਿਬਾਨ 'ਚ ਲੋਕ ਜਿਹੜੇ ਜਾਂਦੇ ਹੈ ਉੱਥੇ ਥੋੜ੍ਹਾ ਬਹੁਤ ਦੇਖਿਆ ਜਾਵੇ। 20-20 ਦੀਆਂ ਟੀਮਾਂ ਕਹਿੰਦੇ ਖੇਡਾਂ ਖੇਡਦੀਆਂ ਨੇ। ਪੁਲਿਸ ਇਜ਼ ਡੂਇੰਗ ਦੇਅਰ ਜੌਬ। ਮੈਂ ਹੋਰ CP ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਅਗਰ ਕੋਈ ਸੰਡੇ ਨੂੰ ਇਸ ਤਰ੍ਹਾਂ ਖੇਡਣ ਮੈਚ ਕਰਨ ਨਿਕਲਦੇ ਆ ਤਾਂ ਨਾ ਅਲਾਓ ਕਰਨ। ਪੰਕਜ ਵਿਜ ਸਾਹਿਬ ਦਾ ਇੱਕ ਹੋਰ ਸਵਾਲ ਹੈ, ਇਹ ਕਹਿੰਦੇ ਆ ਵੀ ਬੈੱਡ ਅਵੇਲੇਬਲ ਨਹੀਂ, 100% ਲਾਕਡਾਊਨ ਇਜ਼ ਦਾ ਸੋਲਿਊਸ਼ਨ, ਅਤੇ ਹਸਪਤਾਲਾਂ ਨੂੰ ਅਤੇ ਸਾਰੀਆਂ ਸਰਕਾਰੀ ਬਿਲਡਿੰਗਾਂ ਨੂੰ ਸਾਰੇ ਜਿਹੜੇ ਹੈਗੇ ਹੈ ਜਿਹੜੇ ਇਹ ਹਸਪਤਾਲਾਂ 'ਚ ਕਨਵਰਟ ਕਰ ਦਈਏ। ਇਹ ਕਈ ਲੋਕਾਂ ਨੂੰ ਇਹ ਹੈ, ਮੈਨੂੰ ਬਹੁਤ ਸਾਰੀਆਂ ਬਿਲਡਿੰਗਸ ਆਫਰ ਹੋ ਰਹੀਆਂ ਨੇ। ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹੁੰਦਾ, ਜਿਹੜਾ ਹਸਪਤਾਲ ਹੈ ਉਹਦੇ ਲਈ ਬਿਲਡਿੰਗਾਂ ਦੀ ਕੋਈ ਕਮੀ ਨਹੀਂ ਹੈ। ਹਸਪਤਾਲ ਦੀ ਜਿਹੜੀ ਸੋਲ ਹੈ, ਉਹਦੀ ਜਿਹੜੀ ਆਤਮਾ ਹੈ, ਜਿਹੜੀ ਸਭ ਤੋਂ ਵੱਡਾ ਕੰਸਟ੍ਰੇਂਟ ਹੈ, ਉਹ 2 ਚੀਜ਼ਾਂ ਦਾ। ਇੱਕ ਤਾਂ ਮੈਡੀਕਲ ਸਟਾਫ, ਮਤਲਬ ਡਾਕਟਰਸ ਨਰਸਿਸ। ਡਾਕਟਰ ਨਰਸਿਸ ਤਾਂ ਚਲੋ ਅਸੀਂ ਫਿਰ ਵੀ ਪ੍ਰਾਈਵੇਟ ਵਾਲੇ ਵੀ ਲੈ ਲਏ, ਹੋਰ ਵੀ ਲੈ ਲਏ। ਉਸ ਤੋਂ ਵੱਡੀ ਗੱਲ ਹੈ ਆਕਸੀਜਨ ਸਪਲਾਈ। ਮੰਨ ਲਓ ਅਸੀਂ ਕਿਤੇ 200 ਬੰਦੇ ਪਾ ਲਈਏ ਅਤੇ ਆਕਸੀਜਨ ਨਾ ਦੇ ਸਕੀਏ, ਜਿਵੇਂ ਕਿ ਬੱਤਰਾ ਹਸਪੀਟਲ 'ਚ ਹੋਇਆ ਦਿੱਲੀ 'ਚ, ਫਿਰ ਦੱਸੋ ਭਾਈ ਕੀ ਬਣੂਗਾ। ਬਿਲਡਿੰਗਸ ਦੀ ਕੋਈ ਕਮੀ ਨਹੀਂ, ਬਟ ਵੀ ਆਰ ਗੋਇੰਗ ਇਨ ਏ ਫੇਜ਼ਡ ਮੈਨਰ। ਜਿਵੇਂ ਜਿਵੇਂ ਬੈੱਡਾਂ ਦੀ ਲੋੜ ਪੈ ਰਹੀ ਹੈ, ਅਸੀਂ ਮੰਨ ਲਓ 20 ਥਾਂ 'ਤੇ ਖੰਡਾ ਕੇ ਬਹਿ ਜਾਈਏ, ਔਰ ਉਹੀ ਡਾਕਟਰਸ ਦੇ ਰਿਸੋਰਸਿਸ ਨੇ, ਫਿਰ ਉਹ ਤਾਂ ਆਪਟੀਮਲ ਯੂਟੀਲਾਈਜੇਸ਼ਨ ਨਾ ਹੋਈ। ਪਹਿਲਾਂ ਅਸੀਂ ਸਿਵਲ ਹਸਪੀਟਲ ਭਰਿਆ, 150 ਦੀ ਕਪੈਸਿਟੀ ਸੀ, 110 ਦੇ ਕਰੀਬ ਭਰ ਗਿਆ। ਹੁਣ ਅਸੀਂ ਵਰਧਮਾਨ 'ਚ 25-30 ਮਰੀਜ਼ ਆ ਗਏ, ਉੱਥੇ ਸਾਡਾ MCH ਹੈ, ਹਸਪੀਟਲ ਹੈ, ਉਹਨੂੰ ਭਰਾਂਗੇ। ਉਸ ਤੋਂ ਬਾਅਦ ਸਾਡਾ ਜਵੱਦੀ ਸੈਂਟਰ ਹੈ ਜਿਹੜਾ CSC, ਉੱਥੇ ਅਸੀਂ 70 ਬੈੱਡ ਆਲਰੇਡੀ ਕੋਵਿਡ ਦੇ ਤਿਆਰ ਕਰ ਲਏ, ਉਹਨੂੰ ਚਾਲੂ ਕਰਾਂਗੇ। ਜਦੋਂ ਉਹ ਭਰ ਜਾਏਗਾ ਫਿਰ ਆਪਾਂ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਹੈਗਾ ਤਿਆਰੀ ਕਰ ਲਈ ਹੋਰ 100 ਬੈੱਡਾਂ ਦੀ। ਸੋ ਵੀ ਆਰ ਗੋਇੰਗ ਇਨ ਏ ਫੇਜ਼ਡ ਮੈਨਰ। ਪਹਿਲਾਂ 50-50 ਕਰਾਂਗੇ ਦੋਨੇ ਥਾਵਾਂ 'ਤੇ, ਜਵੱਦੀ ਅਤੇ ਇੱਥੇ। ਔਰ ਜੇ ਫਿਰ ਆਪਾਂ ਨੂੰ ਲੋੜ ਪਈ ਤਾਂ ਜਿਹੜਾ ਆਪਣਾ ਯੂਨੀਵਰਸਿਟੀ ਦੇ ਜਿਹੜੇ ਹੋਸਟਲ ਦੇ ਨੇ ਉਹਨਾਂ 'ਚ ਕਮਰਿਆਂ 'ਚ ਬੈੱਡ ਵੀ ਲੱਗੇ ਆ, ਸਾਰਾ ਕੁਛ ਲੱਗਿਆ। ਔਰ ਇਹ ਸਾਰਾ ਕੁਝ ਬਣਾਉਣ ਦੇ ਵਿੱਚ ਅਸੀਂ ਇਹ ਵੀ ਦੇਖਣਾ ਹੁੰਦਾ ਵੀ ਹਸਪਤਾਲ ਦੇ ਨੇੜੇ ਕਿਹੜਾ ਹੈ, ਜਿਵੇਂ ਮੈਰੀਟੋਰੀਅਸ ਸਕੂਲ ਹੈ ਜਾਂ ਜਵੱਦੀ ਹੈ, ਜਾਂ ਜਿਹੜਾ PAU ਦਾ ਜਿਹੜਾ ਹੋਸਟਲ ਦੇ ਨੇ ਉਹ ਕਲੋਜ਼ ਪ੍ਰੋਕਸੀਮਿਟੀ 'ਚ ਨੇ। ਮਤਲਬ ਕਿਸੇ ਦੀ ਤਬੀਅਤ ਜ਼ਿਆਦਾ ਵਿਗੜ ਜੇ ਤਾਂ ਉਹਨੂੰ ਸਿਵਲ 'ਚ, CMC 'ਚ ਜਾਂ DMC 'ਚ ਅਸੀਂ ਸ਼ਿਫਟ ਕਰ ਸਕੀਏ। ਔਰ
कई लोग ये कहते हैं कि काला बाजारी कहते भी हो रही है वैक्स देखो सैनिटाइज़र की देखो हैंड ग्लव तो सैनिटाइज़र की जी काला बाजारी ਉਹਦਾ टाइम बहुत पिछे लंघ गया जी। काली साहब पिछले साल जरूर ये गल्लां सीगियां, ਹੁਣ ਤਾਂ ਜਿਹੜੇ ਬੰਦੇ ਅਲਕੋਹਲ ਦੀਆਂ ਫੈਕਟਰੀਆਂ ਵੀ ਸੀਗੀਆਂ ਉਹ ਵਿਹਲੇ ਬੈਠੇ ਸੀਗੇ, ਉਹਨਾਂ ਨੇ ਚੱਕ ਕੇ ਉਹਨੂੰ ਸਾਰਾ ਕਨਵਰਟ ਕਰ ਲਿਆ ਇਹਦੇ 'ਚ। ਸੋ ਬਟ ਫਿਰ ਵੀ ਯੋਰ ਸੁਜੈਸ਼ਨ ਇਜ਼ ਗੁੱਡ। ਮੈਂ ਜਨਰਲ ਡਰੱਗ ਲਾਇਸੈਂਸਿੰਗ ਅਥਾਰਟੀ ਨੂੰ ਕਹੂੰਗਾ ਦੁਬਾਰਾ ਇਹਨੂੰ ਚੈੱਕ ਕਰਨ। ਇਸ ਵੇਲੇ ਜਿਹੜੀ ਕਿੱਲਤ ਹੈ ਉਹ ਹੈਗੀ ਹੈ ਆਕਸੀਜਨ ਦੀ, ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ, ਬਟ ਲੁਧਿਆਣੇ 'ਚ ਕੋਈ ਕਿੱਲਤ ਨਹੀਂ ਹੈ। ਦਿੱਲੀ ਵਗੈਰਾ ਹੋਰ ਥਾਵਾਂ 'ਤੇ ਹੋ ਸਕਦੀ ਹੈ ਜੋ ਅਸੀਂ ਟੀਵੀ 'ਚ ਦੇਖਦੇ ਹਾਂ, ਬਟ ਫੋਰਚੂਨੇਟਲੀ ਹੁਣ ਤੱਕ ਜੋ ਸਾਡਾ ਪੇਸ਼ੈਂਟ ਲੋਡ ਹੈ ਜਾਂ ਸਾਡੀ ਸਰਕਾਰ ਜਿੰਨਾ ਕੁ ਐਫਰਟ ਕਰ ਰਹੀ ਹੈ, ਕੁਝ ਆਕਸੀਜਨ ਬਾਹਰੋਂ ਵੀ ਆ ਰਹੀ ਹੈ, ਕੁਝ 2 ਪਲਾਂਟ ਵੈਲਟੈਕ ਔਰ ਜਿਹੜਾ ਵਰਧਮਾਨ ਸਪੈਸ਼ਲ ਸਟੀਲਸ ਹੈ, ਅੱਜ ਅਸੀਂ ਸਪੈਸ਼ਲ ਉਹਨਾਂ ਦਾ ਧੰਨਵਾਦ ਵੀ ਕਰਕੇ ਆਏ ਹਾਂ। ਲੋਕਲ ਆਕਸੀਜਨ ਕਰਕੇ ਸਾਡੀ ਡਿਮਾਂਡ ਪੂਰੀ ਹੋਈ ਜਾ ਰਹੀ ਹੈ। ਸੋ ਇਸ ਕਰਕੇ ਉਹਦੀ ਕਾਲਾਬਾਜ਼ਾਰੀ ਦਾ ਤਾਂ ਨਾ ਬਤਾਊਗੀ। ਇਸ 'ਚ ਮੈਂ ਬੇਨਤੀ ਕਰਦਾ, ਕੱਲ੍ਹ 2 ਧਾਰਮਿਕ ਸੰਸਥਾਵਾਂ ਨੇ ਆਨਲਾਈਨ ਪੋਸਟ ਪਾਈ ਕਿ ਅਸੀਂ ਆਕਸੀਜਨ ਦਾ ਲੰਗਰ ਸ਼ੁਰੂ ਕਰ ਰਹੇ ਹਾਂ। ਦੇਖੋ ਲੰਗਰ ਹਰ ਚੀਜ਼ ਦਾ ਚੰਗਾ ਹੁੰਦਾ, ਪਰ ਆਕਸੀਜਨ ਦਾ ਲੰਗਰ ਬਿਲਕੁਲ ਠੀਕ ਨਹੀਂ ਹੈ। ਪੰਜਾਬ ਸਰਕਾਰ ਦੀਆਂ ਔਰ ਮੈਡੀਕਲ ਫਰਟਰਨਿਟੀ ਦੀਆਂ ਹਦਾਇਤਾਂ ਨੇ, ਜਿਵੇਂ ਸੈਲਫ ਮੈਡੀਕੇਸ਼ਨ ਗਲਤ ਹੈ ਉਸ ਤਰ੍ਹਾਂ ਹੀ ਸੈਲਫ ਆਕਸੀਜਨੇਸ਼ਨ ਗਲਤ ਹੈ। ਅਗਰ ਕੋਈ ਬੰਦੇ ਦਾ ਸਾਹ ਉਖੜ ਰਿਹਾ ਹੈ, ਉਹਦੀ ਆਕਸੀਜਨ ਮੇਨਟੇਨ ਨਹੀਂ ਹੋ ਰਹੀ, ਉਹਨੂੰ ਸਿਲੰਡਰ ਘਰੇ ਲਗਾਉਣਾ ਬਿਲਕੁਲ ਖਤਰਨਾਕ ਹੈ, ਉਹਦੀ ਹਾਲਤ ਕਦੇ ਵੀ ਖਰਾਬ ਹੋ ਸਕਦੀ ਹੈ। ਉਹਨੂੰ ਨੇੜੇ ਦੇ ਹਸਪਤਾਲ ਆਉਣਾ ਚਾਹੀਦਾ ਹੈ। ਮੇਰਾ ਚੈਲੰਜ ਹੈ, ਨੈੱਟ 'ਤੇ ਚੈੱਕ ਕਰਕੇ ਆਓ, ਦਾਖਲਾ ਮਿਲੂਗਾ। ਨਹੀਂ ਮਿਲਦਾ, ਮੰਨ ਲਓ ਤੁਹਾਨੂੰ ਕਿਤੇ ਨਹੀਂ ਮਿਲਿਆ, ਸਿਵਲ ਤਾਂ ਵਰਧਮਾਨ ਤਾਂ ਤੁਹਾਨੂੰ ਮਨਾ ਨਹੀਂ ਨਾ ਕਰਦੇ, ਇੱਕ ਵਾਰੀ ਦਾਖਲ ਹੋ ਜਾਓ, ਉੱਥੇ ਅਸੀਂ ਆਕਸੀਜਨ ਤੁਹਾਨੂੰ ਆਫਰ ਕਰਾਂਗੇ। ਫਿਰ ਤੁਹਾਨੂੰ ਲੱਗਦਾ ਵੀ ਤੁਹਾਡੀ ਤਬੀਅਤ ਜ਼ਿਆਦਾ ਵਿਗੜ ਰਹੀ ਹੈ, ਤੁਹਾਨੂੰ ਕਿਸੇ ਪ੍ਰਾਈਵੇਟ 'ਚ ਬੈੱਡ ਮਿਲਦਾ, ਦੁਬਾਰਾ ਸ਼ਿਫਟ ਕਰ ਦਾਂਗੇ। ਸੋ ਇਹ ਜਿਹੜੀਆਂ ਗੱਲਾਂ, ਕਿਸੇ ਦੂਜੇ ਸ਼ਹਿਰਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਵੀ ਓਪਨ ਗਲੀਆਂ ਦੇ ਵਿੱਚ ਲੋਕ ਬੈਠੇ ਹੈ, ਆਕਸੀਜਨ ਦਾ ਲੰਗਰ ਚੱਲ ਰਿਹਾ, ਕੁਰਸੀਆਂ 'ਤੇ ਬੈਠੇ ਹੈ, ਆਕਸੀਜਨ ਲੈ ਰਹੇ ਹੈ, ਦੈਟ ਇਜ਼ ਨਾਟ ਆਈਡੀਅਲ ਸਿਚੁਏਸ਼ਨ। ਇਹਦਾ ਇੱਕ ਮਾਨਵਤਾ ਦੇ ਅਗੇਂਸਟ ਗੱਲ ਹੈ ਵੀ ਉਹ ਬੰਦਿਆਂ ਨੂੰ ਜਿਹੜੇ ਨੂੰ ਬੈੱਡ 'ਚ ਪਿਆ ਹੋਣਾ ਚਾਹੀਦਾ ਸੀ, ਬਿਮਾਰਾਂ ਨੂੰ, ਉਹ ਮਜਬੂਰ ਨੇ ਕਿ ਵੀ ਕਾਰਾਂ 'ਚ ਬੈਠ ਕੇ ਆਕਸੀਜਨ ਲੈ ਰਹੇ ਹਾਂ। ਕੀ ਆਪਾਂ ਆਪਣੇ ਸ਼ਹਿਰ ਦੀ ਉਹ ਹਾਲਤ ਕਰਨਾ ਚਾਹੁੰਦੇ ਹਾਂ? ਜੇ ਇਸ ਤਰ੍ਹਾਂ ਦੇ ਪ੍ਰੋਗਰਾਮ ਲੋਕਾਂ ਨੇ ਸ਼ੁਰੂ ਕਰਤੇ, ਜੇ ਮੰਨ ਲਓ ਸਾਡੇ ਸ਼ਹਿਰ ਦਾ 1000 ਸਿਲੰਡਰ ਵੀ ਇਸ ਕੰਮ 'ਚ ਲੱਗ ਗਿਆ, ਆ ਜਿਹੜੀ ਸੋ ਕਾਲਡ ਸੇਵਾ ਹੈ, ਸਾਡੇ ਕੋਲ ਕੁੱਲ ਹੀ 3600 ਦੇ ਕਰੀਬ ਸਿਲੰਡਰ ਸਰਕੂਲੇਸ਼ਨ 'ਚ, ਔਰ 3600 ਦਾ ਹੀ ਰੋਜ਼ ਲੱਗਦਾ ਹੈ, ਰੋਜ਼ ਭਰਦਾ। 1800 ਸਵੇਰ ਸਪਲਾਈ ਕਰਦੇ ਹਾਂ, ਭਰਦਾ, ਫਿਰ 1800 ਫਿਰ ਸ਼ਾਮ ਨੂੰ ਕਰਦੇ ਹਾਂ। ਜੇ 'ਚੋਂ 500 1000 ਸਿਲੰਡਰ ਇੱਧਰ ਉੱਧਰ ਸੇਵਾ ਦੇ ਨਾਮ 'ਤੇ ਤੁਸੀਂ ਕੱਢ ਲਿਆ, ਜਿਹੜੇ ਅਸਲ ਬੰਦੇ ਹਸਪਤਾਲ 'ਚ ਪਏ ਆ ਉਹਨਾਂ ਨੂੰ ਆਕਸੀਜਨ ਦੇ ਸਿਲੰਡਰ ਕਿੱਥੋਂ ਮਿਲਣਗੇ? ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ। ਇੱਕ ਆਪਣੇ ਲੋਕਾਂ 'ਚ ਹੋਰਡਿੰਗ, ਇਹਨੂੰ ਅੰਗਰੇਜ਼ੀ ਦਾ ਸ਼ਬਦ ਹੈ ਜਿਹਨੂੰ ਸੰਚੇ ਕਰਨ ਦੀ ਹਿੰਦੀ 'ਚ ਕਹਿੰਦੇ ਆ, ਜਾਂ ਇੱਕ ਇਕੱਠਾ ਕਰਕੇ ਰੱਖਣ ਦੀ ਇੱਕ ਬੜੀ ਪ੍ਰਵਿਰਤੀ ਹੈ। ਜੇ ਕਿਸੇ ਬੰਦੇ ਨੇ ਘਰੇ ਆਕਸੀਜਨੇਸ਼ਨ ਦਾ ਸਿਲੰਡਰ ਲੈ ਗਿਆ, ਇੱਕ ਤਾਂ ਉਹ ਮਰੀਜ਼ ਦਾ ਖਤਰਾ ਵੀ ਰਾਤ ਨੂੰ ਕੋਈ ਪਤਾ ਨਹੀਂ ਕਦੋਂ ਡਿੱਗ ਪਵੇ, ਕਿਉਂਕਿ ਡਾਕਟਰ ਦੇ ਅੰਡਰ ਕੇਅਰ ਨਹੀਂ ਹੈਗਾ। ਦੂਜੀ ਇਹ ਗੱਲ ਹੈ, ਉਹ ਸਿਲੰਡਰ ਮੰਨ ਲਓ 10 ਦਿਨ ਘਰੇ ਪਿਆ ਰਹਿ ਗਿਆ, ਇੰਨੀ ਦੇਰ ਨੂੰ ਤਾਂ 10 ਦਿਨ 'ਚ ਉਹਨੇ 10 ਵਾਰੀ ਘੁੰਮ ਕੇ 10 ਮਰੀਜ਼ਾਂ ਦੀ ਜਾਨ ਬਚਾ ਦੇਣੀ ਸੀ। ਜਿੱਦਾਂ ਪੁਰਾਣੇ ਜ਼ਮਾਨੇ 'ਚ ਲੋਕ ਸਿੱਕੇ ਕੁੱਜਿਆਂ 'ਚ ਪਾ ਕੇ ਬੰਦ ਕਰਕੇ ਰੱਖ ਦਿੰਦੇ, ਫਿਰ ਉਹ ਮਨੀ ਸਰਕੂਲੇਸ਼ਨ 'ਚ ਨਹੀਂ ਸੀ ਆਉਂਦਾ, ਦੇਸ਼ ਦੀ ਅਰਥਚਾਰਾ ਨਹੀਂ ਸੀ ਵੱਧਦਾ, ਫਿਰ ਬੈਂਕ ਸ਼ੁਰੂ ਕੀਤੇ ਗਏ। ਆ ਜਿਹੜੇ ਕਾਮਨ ਪੂਲ ਹੈ ਸਿਲੰਡਰ ਦਾ, ਜਿਹੜੀ ਐਡਮਿਨਿਸਟ੍ਰੇਸ਼ਨ ਘੁਮਾ ਰਹੀ ਹੈ ਸਿਲੰਡਰਾਂ ਨੂੰ ਸਾਰੇ ਇਕੱਠੇ ਕਰ ਕਰਕੇ ਇੰਡਸਟਰੀ ਤੋਂ ਜਾਂ ਅਦਰਵਾਈਜ਼, ਇਹ ਸਾਰਾ ਤੁਹਾਡਾ ਬੈਂਕ ਹੈ, ਇਹ ਸਾਰੇ ਘੁੰਮ ਰਹੇ ਹੈ। ਤੁਹਾਡੇ ਜਿੰਨੇ ਮਰੀਜ਼ ਹਸਪਤਾਲਾਂ 'ਚ ਦਾਖਲ ਨੇ, ਇਹ ਸਾਈਕਲ ਬਣਿਆ ਹੋਇਆ, ਅਸੀਂ ਰੋਜ਼ ਭਰਦੇ ਹਾਂ ਭੇਜਦੇ ਹਾਂ, ਭਰਦੇ ਹਾਂ ਭੇਜਦੇ ਹਾਂ। ਤੁਸੀਂ ਦੱਸੋ ਆਪਣੇ ਕਿਸੇ ਹਸਪੀਟਲ 'ਚ, ਦੇਖੋ ਪਰਮਾਤਮਾ ਦੇ ਹੱਥ ਹੈ, ਜੂਨ ਮੌਤ ਸਾਰਾ ਉਹਦੇ ਹੱਥ ਹੈਗਾ, ਜਿੰਨੇ ਸਵਾਸ ਦਿੱਤੇ ਆ ਪਰਮਾਤਮਾ ਦੇਣੇ। ਬਟ ਅੱਜ ਤੱਕ ਤੁਸੀਂ ਦੱਸੋ ਵੀ ਲੁਧਿਆਣੇ 'ਚ ਕੋਈ ਇਸ ਤਰ੍ਹਾਂ ਹੋਇਆ ਵੀ ਆਕਸੀਜਨ ਨਾ ਮਿਲਣ ਕਰਕੇ ਕਿਸੇ ਦੀ ਜਾਨ ਗਈ ਹੋਵੇ? ਪਰਮਾਤਮਾ ਨਾ ਕਰੇ ਐਸਾ ਹੋਵੇ। ਮਤਲਬ ਜੇ ਇਸ ਤਰ੍ਹਾਂ ਦੇ ਕੰਮ ਕਰਕੇ ਵੀ ਇਸ ਤਰ੍ਹਾਂ ਦਾ ਆਊਟ ਆਫ ਦੈਟ ਵੇ NGO ਕੋਈ ਕੱਢੇ ਜਾਂ ਕੋਈ ਧਾਰਮਿਕ ਸੰਸਥਾ ਕੱਢੇ ਔਰ ਇਹ ਕਲੇਮ ਕਰੇ ਵੀ ਅਸੀਂ ਇਸ ਚੀਜ਼ ਦਾ ਕਰਨਾ, ਇਟ ਇਜ਼ ਨਾਟ ਏ ਗੁੱਡ ਪ੍ਰੈਕਟਿਸ। ਜਦ ਤੱਕ ਸਾਡਾ ਸਿਸਟਮ ਇਹ ਅਲਾਓ ਕਰਦਾ ਹੈ, ਅਸੀਂ ਆਪਦੇ ਪੇਸ਼ੈਂਟਸ ਨੂੰ ਬੈੱਡ ਦਈਏ, ਹਸਪਤਾਲ ਦੀ ਛੱਤ ਉਹਦੇ ਸਿਰ 'ਤੇ ਹੋਵੇ, ਉਹਨੂੰ ਆਕਸੀਜਨ ਦੀ ਲੋੜ ਹੈ, ਅੰਡਰ ਡਾਕਟਰ ਜਾਂ ਨਰਸ ਦੀ ਸੁਪਰਵਿਜ਼ਨ ਉਹਦੀ ਆਕਸੀਜਨ ਲੱਗੇ। ਔਰ ਸਿਰਫ ਰੀਸੋ ਰੀਸੀ ਵੀ ਦੂਜੇ ਸਟੇਟ ਨੇ ਕਰ ਲਿਆ ਵੀ ਇਹ ਫੈਡ ਹੈ, ਫੈਸ਼ਨ ਹੈ, ਆਪਾਂ ਵੀ ਕਰਨ ਲੱਗ ਜਾਈਏ, ਇਟ ਇਜ਼ ਨਾਟ ਏ ਗੁੱਡ ਟਰੈਂਡ। ਉਸ ਸਟੇਟਾਂ ਜਿਹੜਿਆਂ 'ਚ ਹੋ ਰਿਹਾ ਉੱਥੇ ਤਾਂ ਬਿਲਕੁਲ ਹੀ ਸਿਸਟਮ ਟੁੱਟ ਗਿਆ। ਹਸਪਤਾਲ ਮਰੀਜ਼ਾਂ ਦੇ ਰਿਸ਼ਤੇਦਾਰ ਕੰਧਿਆਂ 'ਤੇ ਰੱਖ ਕੇ ਸਿਲੰਡਰ ਆਕਸੀਜਨ ਫੈਕਟਰੀਆਂ ਦੇ ਬਾਹਰ ਤੁਰੇ ਫਿਰਦੇ ਨੇ। ਤੁਸੀਂ ਦੱਸੋ ਲੁਧਿਆਣੇ 'ਚ ਇੱਦਾਂ ਹੈਗਾ? ਕਿਰਪਾ ਕਰਕੇ ਇਸ ਤਰ੍ਹਾਂ ਦੀ ਕਾਰਵਾਈ ਨਾ ਕਰੋ। ਜੇ ਇੱਦਾਂ ਆਪਾਂ ਕਰਨ ਲੱਗ ਗਏ ਨਾ, ਪੂਰਾ ਸਿਸਟਮ ਟੁੱਟ ਜੂਗਾ, ਘਰਾਂ 'ਚ ਸਿਲੰਡਰ ਚਲੇ ਜਾਣਗੇ, ਜਿਹੜੇ ਅਸਲ ਬੰਦਿਆਂ ਨੂੰ ਲੋੜ ਹੈ ਹਸਪਤਾਲਾਂ 'ਚ ਲੋਕਾਂ ਨੂੰ ਕਮੀ ਆ ਜੂਗੀ। ਔਰ ਅਸੀਂ ਅਲਾਓ ਨਹੀਂ ਕਰਾਂਗੇ, ਇਹਦੇ ਲਈ ਸਖਤੀ ਵੀ ਕਰ ਰਹੇ ਹਾਂ। ਇੱਕ ਵੀ ਸਿਲੰਡਰ ਲੁਧਿਆਣੇ ਦਾ ਬਾਹਰ ਨਹੀਂ ਜਾ ਰਿਹਾ। ਪੁਲਿਸ ਵੀ ਦਿਨ ਰਾਤ ਤਤਪਰ ਹੈ, ਐਕਸਾਈਜ਼ ਮਹਿਕਮੇ ਨੂੰ ਵੀ ਲਾਇਆ ਹੋਇਆ, ਗਲਾਡਾ ਵੀ ਪੂਰਾ ਲੱਗਿਆ ਹੋਇਆ,
ਸਾਡੇ ADC ਜਨਰਲ, ADC ਡਿਵੈਲਪਮੈਂਟ, ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ, 2-3 SDM ਸਮਰਾਲੇ ਨੂੰ ਵੀ ਅਸੀਂ ਇਸ ਕੰਮ ਚਲਾਇਆ, SDM ਜਗਰਾਉਂ ਨੂੰ ਵੀ ਇਕੱਲੇ ਮਤਲਬ ਅਖੀਰਲੇ 3-4 ਮਿੰਟ ਮੈਂ ਇਕੱਲੀ ਆਕਸੀਜਨ ਤੇ ਬੋਲਿਆ। ਇਸ ਗੱਲ ਤੇ ਲਾਏ ਹੋਏ ਨੇ ਵੀ ਕੋਈ ਇਹਨੂੰ ਇੱਧਰ ਉੱਧਰ ਨਾ ਧਰ ਲਏ। ਅਜੇ ਵੀ ਮੈਨੂੰ ਪਤਾ ਕਈਆਂ ਨੇ ਝਕਾਨੀ ਦੇ ਕੇ ਧਰੇ ਹੋਏ ਨੇ, ਪਰ ਉਸ ਲੈਵਲ ਤੱਕ ਨਹੀਂ। ਪਰ ਜੇ ਆਪਾਂ ਲੰਗਰ ਇਹ ਲਾਉਣ ਲੱਗ ਗਏ ਤਾਂ ਇਹਦੇ ਨਾਲ ਮੇਨ ਸਟ੍ਰੀਮ ਨੁਕਸਾਨ ਹੋਊਗਾ। ਤੁਸੀਂ ਤਾਂ ਚੰਗਾ ਸਮਝ ਕੇ ਕਰ ਰਹੇ ਹੋਵੋਗੇ। ਸੋ ਅਗਰ ਇਸ ਤਰ੍ਹਾਂ ਦਾ ਮੀਡੀਆ 'ਚ ਕੋਈ ਪੋਸਟ ਕਰਦਾ ਹੈ, ਪੰਜਾਬ ਸਰਕਾਰ ਦੀ ਇੱਕ ਚਿੱਠੀ ਵੀ ਮੈਂ ਸਾਰਿਆਂ ਨਾਲ ਸ਼ੇਅਰ ਕੀਤੀ ਹੈ, ਮੈਂ DPRO ਸਾਹਿਬ ਨੂੰ ਵੀ ਦਊਂਗਾ ਕਿ ਖੁਦ ਆਕਸੀਜਨੇਸ਼ਨ ਕਰਨਾ ਜਾਂ ਇਸ ਤਰ੍ਹਾਂ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ ਇਹ ਅਨਸਾਇੰਟੀਫਿਕ ਹੈ ਔਰ ਮੈਡੀਕਲ ਸਾਇੰਸ ਦੇ ਵਿਰੁੱਧ ਹੈ। ਸੋ ਮੈਂ ਸਾਰਾ ਤੁਹਾਡਾ ਅਖੀਰ 'ਚ ਧੰਨਵਾਦ ਕਰਦਾ। ਇਹ ਕਾਫੀ ਅੱਜ ਲੰਬਾ ਚੱਲ ਗਿਆ। ਅਖੀਰ 'ਚ ਇੱਕ ਸਵਾਲ ਆਇਆ ਵੀ ਕਪੂਰ ਹਸਪਤਾਲ ਨੂੰ ਬਣਾ ਲਓ ਜੀ, ਦੁਬਾਰਾ ਤੋਂ ਚਲਾ ਲਓ। ਦੇਖੋ ਬਿਲਡਿੰਗਸ ਦੀ ਸਾਡੇ ਕੋਲ ਕਮੀ ਨਹੀਂ, ਬਿਲਡਿੰਗਸ ਤਾਂ ਨਵੀਆਂ ਨਕੋਰ ਪਈਆਂ ਨੇ। ਕਪੂਰ ਹਸਪਤਾਲ ਤਾਂ ਕਦੋਂ ਦਾ ਅਨਸੇਫ ਹੋ ਗਈ ਸੀ ਬਿਲਡਿੰਗ, ਲੋਕਾਂ ਦੇ ਮਨਾਂ 'ਚ ਇਹ ਆ ਕਾਫੀ ਪੁਰਾਣੀ ਬਿਲਡਿੰਗ ਆ, ਅੰਦਰ ਜੰਗਲ ਉੱਗਿਆ ਖੜਿਆ, ਉਹਦੇ ਨਾਲ ਤਾਂ ਨਵੀਆਂ ਬਿਲਡਿੰਗਾਂ ਆਪਣੇ ਕੋਲ ਪਈਆਂ ਨੇ। ਪਰ ਅਜੇ ਜਦੋਂ ਉਹ ਭਰ ਜੇਗੀ, ਉਹ ਹਾਲਤ ਆਏਗੀ, ਪਹਿਲਾਂ ਜਵੱਦੀ ਵਰਧਮਾਨ ਭਰ ਗਏ, ਫਿਰ ਅਸੀਂ ਸ਼ੁਰੂ ਕਰਾਂਗੇ ਜਿਵੇਂ ਮੈਰੀਟੋਰੀਅਸ, ਫਿਰ ਜਾ ਕੇ ਨੌਬਤ ਆਊਗੀ, ਫਿਰ ਅਸੀਂ PIU ਦੇ ਵਿੱਚ ਜਾਵਾਂਗੇ, ਫਿਰ ਕੁਲਾਰ ਹਸਪਤਾਲ ਸਾਡੇ ਕੋਲ ਪਿਆ। ਸੋ ਬਿਲਡਿੰਗਾਂ ਦੀ ਕਮੀ ਨਹੀਂ। ਜੇ ਕਿਸੇ ਨੇ ਕੰਟਰੀਬਿਊਟ ਕਰਨਾ ਹੈ ਤਾਂ ਸਾਨੂੰ ਆਕਸੀਜਨ ਕਨਸਨਟ੍ਰੇਟਰਸ ਦੀ ਲੋੜ ਹੈ, ਜੋ ਕੋਈ ਖਾਲੀ ਸਿਲੰਡਰ ਕਿਸੇ ਕੋਲ ਪਏ ਆ ਉਹ ਸਾਨੂੰ ਦਿਓ। ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਲੋੜ ਹੈ। ਇੱਟਾਂ ਗਾਰਾਂ ਪੱਥਰਾਂ ਦੀ ਬਣੀਆਂ ਬਿਲਡਿੰਗਾਂ ਦੀ ਕੋਈ ਕਮੀ ਨਹੀਂ ਹੈਗੀ ਪਹਿਲਾਂ ਹੀ। ਜਾਂ ਕੋਈ ਵਲੰਟੀਅਰ ਕਰਨਾ ਚਾਹੁੰਦਾ ਹੈ, ਰਿਟਾਇਰਡ ਡਾਕਟਰ ਹੈ, ਕੋਈ ਇੰਟਰਨ ਨੇ, ਕੋਈ ਨਵੇਂ ਸਿੱਖੇ ਹੋਏ ਬੱਚੇ ਨੇ, ਕਿਸੇ ਨੇ ਮੈਡੀਕਲ ਕੋਰਸ ਕੀਤਾ, ਸਾਡੇ ਕੋਲ ਇਹਨਾਂ ਚੀਜ਼ਾਂ ਦੀ ਕਮੀ ਹੈ। ਜੇ ਕੋਈ ਤਨਖਾਹ ਲੈ ਕੇ ਵੀ ਕੰਮ ਕਰਨਾ ਚਾਹੁੰਦਾ, ਸਿਵਲ ਹਸਪਤਾਲ 'ਚ ਆ ਕੇ ਦੱਸੋ ਸਾਨੂੰ, ਜਿੱਥੇ ਲੋੜ ਹੈ ਉਹਨੂੰ ਜ਼ਰੂਰ ਅਸੀਂ ਭਰਤੀ ਕਰਕੇ ਉੱਥੇ ਸੈਂਟਰ ਸ਼ੁਰੂ ਕਰ ਲਾਂਗੇ। ਧੰਨਵਾਦ। ਮੈਂ ਸਾਰੀਆਂ ਗੱਲਾਂ ਤੁਹਾਨੂੰ ਖੋਲ੍ਹ ਕੇ ਦੱਸੀਆਂ ਨੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਪਹਿਲਾਂ ਦਿੱਤੀ ਸੀ ਵੀ ਜਦੋਂ ਕੋਈ ਜਹਾਜ਼ ਜਾਂ ਕੋਈ ਸਮੁੰਦਰੀ ਜਹਾਜ਼ ਵੀ ਚੱਲਦਾ, ਜਿਹੜਾ ਉਹਨੂੰ ਚਲਾਉਣ ਵਾਲਾ ਚਾਲਕ ਹੈਗਾ ਉਹ ਸਾਰਾ ਕੁਝ ਸ਼ੇਅਰ ਕਰਦਾ ਰਹਿੰਦਾ। ਮੈਂ ਮਨ ਖੋਲ੍ਹ ਕੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ ਹੈਗਾ, ਪਰ ਤੁਸੀਂ ਬੜੇ ਸਮਝਦਾਰ ਹੋ, ਸੂਝਵਾਨ ਹੋ, ਸਭ ਤੋਂ ਸਿਆਣੇ ਸੁਘੜ ਸਿਆਣੇ ਲੋਕਾਂ ਦੀ ਨਗਰੀ ਹੈ, ਤਾਂ ਹੀ ਸਭ ਤੋਂ ਅੱਗੇ ਹੈ ਇਕਨੋਮਿਕਸ ਦੇ ਵਿੱਚ ਤੁਸੀਂ। ਔਰ ਆਪਾਂ ਇਹਨੂੰ ਸਮਝਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਵੀ 2 ਹਫ਼ਤਿਆਂ 'ਚ ਅਸੀਂ ਇਸ ਤੋਂ ਬਾਹਰ ਆ ਜਾਵਾਂਗੇ ਅਤੇ ਫਿਰ ਉਸ ਤੋਂ ਬਾਅਦ ਤੁਹਾਡਾ ਵਪਾਰ ਵਧੂ ਫੁੱਲੂਗਾ। ਥੋੜ੍ਹਾ ਧੀਰਜ ਰੱਖੀਏ ਆਪਾਂ। ਥੈਂਕ ਯੂ।